ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਐਜ਼ ਯੂਜੂਅਲ ਸਾਡੇ ਨਾਲ ਹਾਜ਼ਰ ਹੁੰਦੇ ਨੇ ਦ ਨਿਊਜ਼ ਕਿੰਗ, ਤਾਜ਼ੀਆਂ ਲੋਕਲ ਇੰਟਰਨੈਸ਼ਨਲ ਨਿਊਜ਼ ਲੈ ਕੇ ਹਾਜ਼ਰ ਨੇ ਸਤਪਾਲ ਸਿੰਘ ਜੌਲ ਸਾਹਿਬ। ਅ ਵੈਰੀ ਗੁੱਡ ਗਲੂਮੀ ਮਾਰਨਿੰਗ। ਥੈਂਕ ਯੂ ਸੋ ਵੈਰੀ ਮਚ ਅਰਸ਼। ਆਪਣੇ ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਜੀ ਪ੍ਰੋਗਰਾਮ ਗਲੂਮੀ ਮਾਰਨਿੰਗ। ਮੈਂ ਇਸ ਤਰ੍ਹਾਂ ਕਿਹਾ ਕਿ ਜਦੋਂ ਮੈਂ ਉੱਠਿਆ ਮੈਂ ਕਿਹਾ ਯਾਰ ਹਨੇਰਾ ਹਾਲੇ ਵੀ ਹੈਗਾ ਆ, ਪਰੰਤੂ ਕਾਫੀ ਵੱਡਾ ਅਲਰਟ ਹੈ ਜੀ ਅੱਜ, ਕਿਉਂਕਿ ਇਸ ਤਰ੍ਹਾਂ ਵੀ ਦੇਖੋ ਇੱਕੋ ਹੀ ਤੇ W ਆ ਜਿਹੜਾ ਸਾਡੇ ਕੰਟਰੋਲ ਵਿੱਚ ਨਹੀਂ, ਬਾਕੀ ਦੇ ਆਪਾਂ ਲਾ ਚੁੱਕੇ ਹਾਂ ਜੀ। ਸੋ ਇਹ W ਜਿਹੜਾ ਵੈਦਰ ਵਾਲਾ ਵੀ, ਕਿਉਂਕਿ ਇਹ ਨਾ ਕਦੀ ਵਸ ਵਿੱਚ ਕਿਸੇ ਦੇ ਆਇਆ ਤੇ ਲੱਗਦਾ ਵੀ ਨਾ ਇਹ ਆਉਣਾ। ਮੌਸਮ ਦੀ ਅਸਥਿਰਤਾ ਜਿਹੜੀ ਅੱਜ ਇਸ ਧਰਤੀ ਦੇ ਸਾਰੇ ਕੋਨਿਆਂ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਣੀ ਰਹੀ ਹੈ। ਇਹਦੇ ਵਿੱਚ ਜਿਹੜੀ ਬਦਲਾਅ ਦੀ ਗੱਲ ਹੈ ਵੀ ਉਹਨੂੰ ਥੋੜ੍ਹਾ ਜਿਹਾ ਨਾਪਣ ਦੇਖਣ ਘੋਖਣ ਦੀ ਇਹ ਕੋਸ਼ਿਸ਼ ਤੇ ਹੈਗੀ ਹੈ ਇਸ ਧਰਤੀ ਤੇ ਮਨੁੱਖਾਂ ਦੀ, ਪਰ ਵੀ ਉਹ 100% ਯਕੀਨ ਨਾਲ ਨਹੀਂ ਕਦੀ ਕੋਈ ਕਹਿ ਸਕਿਆ ਵੀ ਜੋ ਅੱਜ ਕਹਿ ਰਹੇ ਆ ਵੀ ਇਹ ਵੈਦਰ 1 ਘੰਟੇ ਬਾਅਦ, 10 ਘੰਟਿਆਂ ਬਾਅਦ, 24 ਘੰਟਿਆਂ ਬਾਅਦ ਵੀ ਹੋਊਗਾ, ਉੱਦਾਂ ਜਾਣੀ ਕਿ ਵੀ ਉਹ ਓਨੇ ਘੰਟਿਆਂ ਬਾਅਦ ਹੋਊਗਾ ਵੀ ਕਿ ਨਹੀਂ। ਕਿਉਂਕਿ ਇਸ ਤਰ੍ਹਾਂ ਵੀ ਇਹ ਵੈਦਰ ਆ ਨਾ ਜਿਹੜਾ ਜੀ ਵੀ ਆਪਾਂ ਤਾਂ ਦੇਖਦੇ ਹਾਂ ਵੀ ਇਹ ਜੀ ਵੀ ਫਲਾਨਾ ਇਸ ਕਿਸਮ ਦਾ ਵੈਦਰ ਆ ਜਿਹੜਾ ਰਹਿਣ ਦਾ ਅੰਦਾਜ਼ਾ ਹੈ ਜੀ, ਅਨੁਮਾਨ ਹੈ ਜੀ, ਸੰਭਾਵਨਾ ਆ ਜੀ। ਇਸ ਕਰਕੇ ਕਹਿਣਾ ਪੈਂਦਾ ਕਿਉਂਕਿ ਇਹ ਜਿਹੜਾ ਵੈਦਰ ਹੈ, ਇਹ ਜਿਹੜਾ ਮੌਸਮ ਹੈ ਵੀ ਇਹ ਜਿਹੜਾ W ਆ ਇਹ ਸਾਡੇ ਕੰਟਰੋਲ ਵਿੱਚ ਨਹੀਂ, ਅੰਦਾਜ਼ੇ ਦੇ ਮੁਤਾਬਕ ਹੈ। ਸੋ ਲੇਕਿਨ ਕਿ ਵੀ ਅੱਜ ਆਪਾਂ ਦੇਖ ਰਹੇ ਹਾਂ ਇਹ ਗ੍ਰੇਟਰ ਟੋਰਾਂਟੋ ਇਲਾਕੇ ਦੇ ਵਿੱਚ, ਵੈਸੇ ਤੇ ਕੈਨੇਡਾ ਦੇ ਵੈਸਟਰਨ ਏਰੀਆਜ਼ ਦੇ ਵਿੱਚ ਵੈਨਕੂਵਰ ਵਗੈਰਾ ਵੀ ਵੈਦਰ ਆਲਮੋਸਟ ਲਾਈਕ ਸਿਮਿਲਰ ਆ, ਜਿੱਦਾਂ ਦਾ ਕਿ ਸਾਊਦਰਨ ਓਨਟਾਰੀਓ ਦੇ ਵਿੱਚ ਵੀ ਹੈਗਾ। ਉੱਥੇ ਵੀ ਤੇਜ਼ ਹਵਾਵਾਂ ਵਗਣ ਦੀ ਪੇਸ਼ਨ ਗੋਈ ਹੈ ਤੇ ਸਾਡੇ ਇੱਥੇ ਵੀ ਅੱਜ ਜਿਹੜੀ ਤੇਜ਼ ਹਨੇਰੀ ਝੁੱਲਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਜਾ ਰਹੀ ਆ। ਅੱਜ ਤੇ ਕੱਲ੍ਹ ਨੂੰ ਮੌਸਮ ਇਸੇ ਤਰ੍ਹਾਂ ਦਾ ਹੀ ਆ, ਲੇਕਿਨ ਕਿ ਪਰਸੋਂ ਤੇ ਚੌਥ ਨੂੰ ਫਿਰ ਜਿਹੜਾ ਜਿਵੇਂ ਧੁੱਪ ਲੱਗਣ ਦੀ ਸੰਭਾਵਨਾ ਤੇ ਟੈਂਪਰੇਚਰ ਇੱਕ ਵਾਰ ਫਿਰ ਡਬਲ ਡਿਜਿਟ 'ਚ ਜਾਣ ਦਾ ਅੰਦਾਜ਼ਾ ਹੈ। ਜੌਲ ਸਾਹਿਬ, ਸ਼ੁਰੂਆਤ ਕਰੀਏ ਅੱਜ ਦੀਆਂ ਨਿਊਜ਼ ਖਬਰਾਂ ਦੇ ਨਾਲ। ਜਿਹੜੀ ਅੱਜ ਤੋਂ ਸਭ ਤੋਂ ਵੱਡੀ ਨਿਊਜ਼ ਹੈ ਕਿ ਕਪੈਸਿਟੀ ਲਿਮਿਟਸ ਫॉर ਰੈਸਟੋਰੈਂਟਸ, ਜਿਮਸ, ਕਸੀਨੋ ਅੱਜ ਲਿਫਟ ਹੋ ਚੁੱਕੀਆਂ ਨੇ। ਯੈਸ, ਅੱਧੀ ਰਾਤ ਤੋਂ ਬਾਅਦ ਜੀ ਵੀ ਆਪਾਂ ਬੈਕ ਟੂ ਨਾਰਮਲ ਆ, ਸੋ ਟੂ ਸੇ ਜੀ, ਜੋ ਕਿ ਕੋਵਿਡ ਤੋਂ ਪਹਿਲਾਂ ਵਾਲੀ ਸਿਚੁਏਸ਼ਨ ਸੀਗੀ ਵੀ 100% ਕੈਪੈਸਿਟੀ, ਤੇ ਦੈਟ ਇਨਕਲੂਡਸ ਰਿਲੀਜੀਅਸ ਪਲੇਸਿਸ ਟੂ ਵੀ, ਹੈ ਨਾ, ਗੁਰਦੁਆਰਾ ਸਾਹਿਬ, ਮੰਦਿਰ, ਮਸੀਤਾਂ, ਚਰਚ, ਸਭ ਜਗ੍ਹਾ ਉੱਥੇ ਵੀ ਜਾਣੀ ਕਿ ਕੈਪੈਸਿਟੀ ਜਿਹੜੀ 100% ਹੈ, ਪਰ ਉਹ ਆਪੋ ਆਪਣੇ ਤਰੀਕੇ ਦੇ ਨਾਲ ਜਿਹੜੀਆਂ ਅਦਰਵਾਈਜ਼ ਰਿਸਟ੍ਰਿਕਸ਼ਨਸ ਹੈਗੀਆਂ ਕੋਵਿਡ ਨਾਲ ਰਿਲੇਟਡ ਜੀ, ਉਹ ਜਿਹੜੀਆਂ ਜੀ ਉਹਨਾਂ ਪਲੇਸਿਸ ਦੇ ਔਰਗੇਨਾਈਜ਼ਰਸ ਨੂੰ ਫੋਲੋ ਕਰਨੀਆਂ ਪੈਣਗੀਆਂ। ਇਸੇ ਤਰ੍ਹਾਂ ਹੀ ਹੈ ਜੀ, ਪਰ ਇਹ ਦੇਖੋ ਵੀ ਇਹਦੇ ਵਿੱਚ ਜਿਹੜੇ ਅਜੇ ਬਾਲੇ ਨੋਨ ਅਸੈਂਸ਼ੀਅਲ ਆ, ਜੇ ਹੁਣ ਆਪਾਂ ਅੰਗਰੇਜ਼ੀ ਦੇ ਲਫ਼ਜ਼ ਹੀ ਬੋਲਣੇ ਆ ਤੇ ਫਿਰ ਆ ਜੀ ਨਾਈਟ ਕਲੱਬ ਹੈ ਜੀ, ਇਹ ਹੋਰ ਪਤਾ ਨਹੀਂ ਕਿੱਦਾਂ ਦੇ ਸੈਕਸ ਕਲੱਬ ਆ ਜੀ, ਜਾਂ ਵਗੈਰਾ ਵਗੈਰਾ, ਹੈ ਨਾ। ਸੋ ਅਸੀਂ ਪੰਜਾਬੀ 'ਚ ਸਮਝਦੇ ਹਾਂ ਵੀ ਉਹ ਕੰਜਰਖਾਨੇ ਆ, ਪਰ ਜੇ ਕੰਜਰਖਾਨੇ ਉਹ ਨਹੀਂ ਵੀ ਕੰਜਰਖਾਨੇ ਫਿਰ ਕਿਹੜੇ ਆ ਉਹ ਦੱਸ ਦਿੱਤਾ ਜਾਵੇ ਵੀ ਕੀ ਹੁੰਦੇ ਆ। ਉਹ ਅਜੇ ਨਹੀਂ ਖੁੱਲਣਗੇ ਵੀ ਫੁੱਲ ਕੈਪੈਸਿਟੀ ਤੇ, ਜਿੱਥੇ ਆਪਾਂ ਸਾਰੀ ਰਾਤ ਬਹਿ ਕੇ ਪੀਣਾ ਖਾਣਾ ਹੁੰਦਾ ਤੇ ਫਿਰ ਉਹ ਤੋਂ ਬਾਅਦ ਹੀ ਆ ਜਿਹੜੀਆਂ ਘਟਨਾਵਾਂ ਵਗੈਰਾ ਵਾਪਰਦੀਆਂ ਆਪਾਂ ਦੇਖਦੇ ਹਾਂ ਆਮ ਤੌਰ ਤੇ ਜੀ, ਉਹ ਅਜੀ ਵੀ ਉਹ 15 ਨਵੰਬਰ ਤੋਂ ਉਹਨਾਂ ਨੂੰ ਜਿਹੜੀ ਰਿਲੈਕਸੇਸ਼ਨ ਮਿਲੇਗੀ। ਪਰ ਬਾਕੀ ਦੇ ਜਿਹੜੇ ਰੈਸਟੋਰੈਂਟਸ ਹੈਗੇ ਆ, ਬਾਰਸ ਹੈਗੇ ਆ, ਜਿਮਸ ਹੈਗੇ ਆ, ਸੈਲੂਨਸ ਹੈਗੇ ਆ, ਰਿਲੀਜੀਅਸ ਪਲੇਸਿਸ ਆ, ਜਿਸ ਤਰ੍ਹਾਂ ਆਪਾਂ ਦੱਸਿਆ ਵੀ ਇਹ ਜੀ ਵੀ ਮੇਨਲੀ 100% ਕੈਪੈਸਿਟੀ ਤੇ ਅੱਜ ਤੋਂ ਖੁੱਲ ਸਕਦੇ ਆ। ਸੋ ਬੜੀ ਖੁਸ਼ੀ ਦੀ ਗੱਲ ਆ ਕਿ ਆਪਣੇ ਜਿਹੜੇ ਡੇਲੀ ਨੰਬਰ ਨਵੇਂ ਆਉਂਦੇ ਨਾ ਅਰਸ਼, ਉਹ 400 ਤੋਂ ਥੱਲੇ ਰਹਿ ਰਹੇ ਆ, ਭਾਵੇਂ KP ਜਾਣੀ ਕਿ ਉਹਦੇ ਵਿੱਚ ਵਾਸਟ ਮੈਜੋਰਿਟੀ ਹੈ ਜਿਹੜੀ ਜੀ ਕੇਸਿਸ ਉਹ ਅਨਵੈਕਸੀਨੇਟਡ ਲੋਕਾਂ ਦੇ ਆ ਰਹੇ ਆ। ਉਦੋਂ ਜਦੋਂ KP ਹੁਣ ਸਾਡੇ ਦੇਸ਼ ਵਿੱਚ ਭਾਵੇਂ ਕਿ ਅਨਵੈਕਸੀਨੇਟਡ ਲੋਕ ਜਿਹੜੇ ਉਹ 10% ਹੀ ਆ ਜੀ, ਪਰ ਲੇਕਿਨ ਕਿ ਜਿਹੜੇ ਡੇਲੀ ਬੇਸਿਸ ਤੇ ਕੇਸਿਸ ਜਾਣੀ ਸਾਡੇ ਇੱਥੇ ਓਨਟਾਰੀਓ 'ਚ ਮਤਲਬ ਨਵੇਂ ਆ ਰਹੇ ਆ ਵੀ ਉਹ 80-90% ਉਹਨਾਂ ਲੋਕਾਂ ਦੇ ਆ ਜਿਹਨਾਂ ਦੇ ਕਿ ਇੰਜੈਕਸ਼ਨ ਨਹੀਂ ਲੱਗੇ। ਸੋ ਇਸ ਤਰੀਕੇ ਨਾਲ ਇਹ ਅੰਕੜੇ ਨੂੰ ਸਮਝਣ ਦੀ ਲੋੜ ਹੈ। ਤੇ ਲੇਕਿਨ ਕਿ ਇਹ ਅਜੇ ਵੀ ਤਸੱਲੀ ਦੀ ਗੱਲ ਹੈ ਵੀ ਬਹੁਤ ਲੰਬੀ ਜਹਿਦ ਤੋਂ ਬਾਅਦ ਆਪਾਂ ਇੱਕ ਵਾਰ ਫਿਰ ਇਹ ਨਵਾਂ ਜੀਵਨ ਕਹਿ ਲਓ ਵੀ ਨਵੀਂ ਸਵੇਰ ਆ ਉਹ ਦੇਖਣ ਜਾ ਰਹੇ ਹਾਂ। ਹੋਪਫੁਲੀ ਹੈ ਜੀ ਵੀ ਜਿਹੜਾ ਇਹ ਲੋਕਡਾਊਨ ਆ ਸਾਡੇ ਜੀਵਨ ਦਾ ਦੁਬਾਰਾ ਹਿੱਸਾ ਹਾਲ ਦੀ ਘੜੀ ਇੱਦਾਂ ਲੱਗ ਰਿਹਾ ਵੀ ਨਹੀਂ ਬਣੇਗਾ, ਤੇ ਵੈਕਸੀਨ ਜਿਹੜੀ ਹੈ ਜੀ ਉਹ ਵਰਕ ਕਰਦੀ ਨਜ਼ਰ ਆ ਰਹੀ ਹੈ। ਜਿੱਥੇ ਅੱਜ ਕਈ ਲੋਕ, ਕਈ ਬਿਜ਼ਨਸਿਸ ਖੁਸ਼ ਨੇ, ਉੱਥੇ 8,80,000 ਲੋਕ ਅੱਜ ਨਿਰਾਸ਼ਾ ਦੇ ਵਿੱਚ ਨੇ, ਜਾਂ ਕਹਿ ਰਹੇ ਨੇ ਕਿ ਹਾਂ ਵੀ ਚੱਲ ਮਾਣਾ ਹੁਣ ਤਾਂ ਜ਼ਿੰਦਗੀ ਸ਼ੁਰੂ ਕਰੀਏ। ਭਾਵ CRB ਅੱਜ ਜੋ ਕੱਲ੍ਹ ਅਨਾਊਂਸਮੈਂਟ ਕੀਤੀ ਸੀ, ਹੁਣ ਇਹਨਾਂ ਨੂੰ ਬੈਨੀਫਿਟਸ ਨਹੀਂ ਮਿਲਣਗੇ।
ये अर्श भाई ये तो होना ही था ना क्योंकि ਆਪਾਂ ਕੱਲ ਵੀ ਪ੍ਰੋਗਰਾਮ ਤੇ ਗੱਲ ਕੀਤੀ ਸੀ ਵੀ ਇਸ ਤਰ੍ਹਾਂ ਦੇ ਜਿਹੜੇ ਟੈਂਪੋਰੇਰੀ ਬੈਨੀਫਿਟ ਹੁੰਦੇ ਆ ਵੀ ਉਹ ਕਈ ਇਸ ਨੂੰ ਕਰੂਲ ਕਹਿ ਰਹੇ ਨੇ ਟਰੂਡੋ ਸਰਕਾਰ ਨੂੰ ਕਿ ਯੂ ਆਰ ਬੀਇੰਗ ਵੈਰੀ ਕਰੂਲ ਰਾਈਟ ਨਾਓ। ਨਹੀਂ ਉਹ ਤਾਂ ਜੇ ਸਾਲ ਬਾਅਦ ਵੀ ਚੁੱਕੂਗੇ ਹਟਾਉਣਗੇ ਉਦੋਂ ਵੀ ਕਰੂਅਲ ਤਾਂ ਹੋਣਾ ਹੀ ਆ ਕਿਉਂਕਿ ਜਦੋਂ ਆਪਾਂ ਨੂੰ ਸੋਫੇ ਤੇ ਬੈਠਿਆ ਮਤਲਬ ਫਿਰ ਆਦਤ ਬਣ ਜੇ ਹੁਣ 2 ਸਾਲ ਲਗਭਗ ਹੋ ਗਏ ਆਖਰ ਤੇ ਉੱਠਣਾ ਹੀ ਪੈਣਾ ਨਾ ਜੀ ਕਿਉਂਕਿ ਇਹ ਹੁਣ ਜਿਹੜੇ ਟੈਂਪਰੇਰੀ ਬੈਨੀਫਿਟ ਇਸ ਤਰ੍ਹਾਂ ਦੇ ਹੁੰਦੇ ਘਰ ਬੈਠਿਆ ਆਮਦਨ ਆਉਣੀ ਆ ਥੋੜੇ ਸਮੇਂ ਲਈ ਹੁੰਦੇ ਆ ਸੋ ਦੇਰ ਨਾ ਸਵੇਰ ਜਾਣੀ ਕਿ ਉਹਨਾਂ ਨੇ ਐਂਡ ਕਰਨਾ ਹੀ ਆ ਜੀ ਬਿਲਕੁਲ ਤੇ ਜਦੋਂ ਵੀ ਐਂਡ ਕਰਨਾ ਆ ਤੇ ਨੋਇਜ਼ ਆਊਟਕ੍ਰਾਈ ਇਸ ਤਰ੍ਹਾਂ ਦੀ ਤਾਂ ਸੁਣਨ ਨੂੰ ਮਿਲਣੀ ਆ ਵੀ ਕਰੂਅਲ ਆ ਜੀ ਵੀ ਇਸ ਤਰ੍ਹਾਂ ਆ ਪਰ ਹੁਣ ਹੋਰ ਕੀਤਾ ਕੀ ਜਾ ਸਕਦਾ। ਹੁਣ ਆਪਾਂ ਦੇਖ ਰਹੇ ਹਾਂ ਵੀ ਵੈਕਸੀਨੇਸ਼ਨ ਤੋਂ ਬਾਅਦ ਲਾਈਫ ਜਿਹੜੀ ਆ ਉਹ ਨੋਰਮਲ ਹੋ ਰਹੀ ਆ ਠੁਮਣਾ ਜਿਹੜਾ ਜੀ ਪੀ ਉਹ ਦਿੱਤਾ ਰੱਖਿਆ ਬੈਨੀਫਿਟ ਦੇ ਨਾਲ ਗਵਰਨਮੈਂਟ ਨੇ ਜੀ ਤੇ ਹੁਣ ਜੇ ਵੀ ਆਪਾਂ ਦੇਖ ਰਹੇ ਹਾਂ ਵੀ ਜਿਹੜੀਆਂ ਜੌਬਸ ਆ ਉਹ ਓਪਨਿੰਗਸ ਹੈਗੀਆਂ ਤੇ ਲੋਕ ਅਪਲਾਈ ਨਹੀਂ ਕਰ ਰਹੇ ਤੇ ਹੁਣ ਇਹ ਚੱਲਣ ਦਿੱਤਾ ਜਾਵੇ ਫਿਰ ਕਿ ਜੇ ਹੁਣ ਇਕੋਨਮੀ ਰੀਓਪਨ ਹੋ ਰਹੀ ਆ ਬੈਨੀਫਿਟ ਦੇ ਕੇ ਅਸੀਂ ਲੋਕਾਂ ਨੂੰ ਵਰਕ ਨਾ ਕਰਨ ਦਈਏ ਉਹਨਾਂ ਨੂੰ ਕੰਮ ਕਰਨ ਲਈ ਡਿਸਕਰੇਜ ਕਰੀਏ ਤੇ ਬਾਹਰ ਫਿਰ ਕੰਮ ਕਿੱਦਾਂ ਚੱਲਣਗੇ ਜੀ ਜਾਂ ਫਿਰ ਕਿਸ ਤਰੀਕੇ ਦੇ ਨਾਲ ਕਿੰਨੀ ਕੁ ਦੇਰ ਜਿਹੜੀ ਉਹ ਸਰਕਾਰ ਆ ਇੱਕ ਆਮ ਆਪਾਂ ਫੈਮਿਲੀ 'ਚ ਦੇਖ ਰਹੀਏ ਵੀ ਸਾਡੇ ਘਰ ਕਮਾਉਣ ਵਾਲੇ ਘੱਟ ਹੋਣ ਵਿਹਲੇ ਬਹਿ ਕੇ ਖਾਣ ਵਾਲੇ ਜ਼ਿਆਦਾ ਹੋਣ ਤੇ ਕਿੰਨੀ ਦੇਰ ਖੜਾਓਗੇ। ਬਿਲਕੁਲ ਜਿੰਨੀ ਦੇਰ ਤੁਹਾਡੇ ਬੈਂਕ ਅਕਾਊਂਟ ਤੇ ਇਜਾਜ਼ਤ ਦੇਣਗੇ ਉਨੀ ਦੇਰ ਹੀ ਨਾ ਕਿਤੇ ਨਾ ਤੇ ਫਿਰ ਬਾਹਰ ਨਿਕਲਣਾ ਹੀ ਪਊਗਾ ਬੂਟ ਪਾ ਕੇ ਵੀ ਹੁਣ ਲਿਆਈਏ ਕਮਾ ਕੇ ਤੇ ਫਿਰ ਖਾ ਸਕਾਂਗੇ ਜੀ। ਉਸੇ ਤਰ੍ਹਾਂ ਹੀ ਇਹ ਦੇਸ਼ ਨੇ ਸਰਕਾਰਾਂ ਨੇ ਵੀ ਉਹਨਾਂ ਦੇ ਕੋਲ ਵੀ ਲਿਮਿਟਡ ਕਿਤੇ ਨਾ ਕਿਤੇ ਜਾ ਕੇ ਇੱਕ ਕੈਨੇਡਾ ਦੀ ਤਾਂ ਵੈਸੇ ਬੜੀ ਮਹਾਨਤਾ ਆ ਵੀ 2 ਸਾਲ ਕੱਢ ਗਏ ਨੇ ਕਿਹੜੇ ਦੇਸ਼ ਆ ਹੋਰ ਜਰਾ ਨਕਸ਼ਾ ਚੁੱਕ ਕੇ ਨਜ਼ਰ ਮਾਰੋ ਜਿਨ੍ਹਾਂ ਨੇ 2 ਸਾਲ ਆਪਣੇ ਮੁਲਕ ਦੇ ਲੋਕਾਂ ਨੂੰ ਬਹਿ ਕੇ ਖੜਾਇਆ ਕਿੰਨੇ ਆ ਉਹ ਮੁਲਕ ਦੇਖੋ ਜਰਾ ਨਕਸ਼ੇ ਤੇ ਹਨਾ। ਸੋ ਇਸ ਕਰਕੇ ਇਹ ਹੈ ਜੀ ਵੀ ਇਹ ਜਿਹੜੀਆਂ ਟੈਂਪਰੇਰੀ ਚੀਜ਼ਾਂ ਹੁੰਦੀਆਂ ਆਖਰ ਇਹਨਾਂ ਦਾ ਐਂਡ ਹੋਣਾ ਹੁੰਦਾ ਇਹਦੇ ਲਈ ਤੇ ਸਾਨੂੰ ਜਾਣੀ ਕਿ ਸਾਰੀ ਜਨਤਾ ਨੂੰ ਆਪਣੇ ਆਪ ਹੀ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਵੀ ਹੁਣ ਅਸੀਂ ਘਰੇ ਬਹਿ ਕੇ ਕਰੂਅਲ ਬਣਨਾ ਚਾਹੁੰਦੇ ਹਾਂ ਵੀ ਸਾਨੂੰ ਦੇਈ ਚੱਲੋ ਤੇ ਅਸੀਂ ਖਾਈ ਚੱਲੀਏ ਕਿ ਜਾਂ ਫਿਰ ਅਸੀਂ ਕੋਈ ਉਦਮ ਉਪਰਾਲਾ ਕਰਨਾ ਚਾਹੁੰਦੇ ਹਾਂ। ਮੈਨੂੰ ਲੱਗਦਾ ਕਿ ਸਾਡਾ ਜੀਵਨ ਹੈ ਉਦਮ ਉਪਰਾਲਾ ਕਰਨ ਦੇ ਲਈ ਤੇ ਆਓ ਫਿਰ ਉਹ ਜਿਹੜੀ ਸੁਸਤੀਆਂ ਦੀਆਂ ਲੋਈਆਂ ਲਾਈਏ ਤੇ ਚੱਲੀਏ ਕੰਮਾਂ ਵੱਲ ਨੂੰ। ਜੌਹਲ ਸਾਹਿਬ ਸਭ ਤੋਂ ਵੱਡੀ ਅੱਜ ਦੀ ਖਬਰ ਇਹ ਵੀ ਹੈ ਕਿ ਟਰੂਡੋ ਸਰਕਾਰ ਦੀ ਜਿਹੜੀ ਨਵੀਂ ਕੈਬਨਿਟ ਹੈ ਸਾਰਿਆਂ ਦੀ ਅੱਖ ਉੱਤੇ ਟਿੱਕੀ ਹੋਈ ਹੈ ਐਂਡ ਕਾਫੀ ਸਪੈਕੂਲੇਸ਼ਨਸ ਵੀ ਹੋ ਰਹੀਆਂ ਨੇ ਪਰੰਤੂ ਸੁਣਿਆ ਕਿ ਸਾਡੇ ਬਰੈਂਪਟਨ ਦੇ ਵਿੱਚ ਵੀ ਕੁਝ ਨੁਮਾਇੰਦੇ ਹੋਪਫੁਲੀ ਆ ਰਹੇ ਨੇ। ਯੈਸ ਕਿਉਂਕਿ ਵੀ ਵੈਸੇ ਜਿਨ੍ਹਾਂ ਨੇ ਮੰਤਰੀ ਬਣਨਾ ਨਾ ਵੀ ਉਹਨਾਂ ਨੂੰ ਪਤਾ ਹੈ ਤੇ ਪਤਾ ਕਿਸੇ ਹੱਦ ਤੱਕ ਸਾਨੂੰ ਵੀ ਆ ਪਰ ਕਿਉਂਕਿ ਆਪਾਂ ਹੁਣ ਮੀਡੀਆ ਆ ਤੇ ਅਫੀਸ਼ੀਅਲੀ ਜਾਣੀ ਕਿ ਸਾਡੇ ਤੇ ਇੰਬਾਰਗੋ ਹੁੰਦੀ ਆ। ਚਲੋ ਤੁਸੀਂ ਉਹ ਕੋਟੇਸ਼ਨ ਪਾ ਦਿਓ ਕੋਟੇਸ਼ਨ। ਸੋ ਹਾਲ ਦੀ ਘੜੀ ਬਹੁਤਾ ਮਤਲਬ ਅਸੀਂ ਸਪੈਕੂਲੇਟ ਨਹੀਂ ਕਰ ਸਕਦੇ ਪਰ ਕਿਉਂਕਿ ਵੀ ਇਹ ਟਰੂ ਆ ਵੀ ਬਰੈਂਪਟਨ ਵਾਸਤੇ ਕੱਲ ਨੂੰ ਕੋਈ ਇਹ ਬੈਟਰ ਨਿਊਜ਼ ਆਉਣ ਵਾਲੀ ਆ ਭਾਵੇਂ ਚਲੋ ਲੋਕਾਂ ਦੀਆਂ ਸ਼ਿਕਾਇਤਾਂ ਤੇ ਰਹਿੰਦੀਆਂ ਨੇ ਪਰ ਹੁਣ ਸੱਚਾਈ ਇਹ ਆ ਵੀ ਜਿਹੜਾ ਲਾਲ ਰੰਗ ਦੇ ਵਿੱਚ ਬਰੈਂਪਟਨ ਵਾਸੀਆਂ ਨੇ ਬਰੈਂਪਟਨ ਨੂੰ ਰੰਗਿਆ ਜਾਂ ਵੀ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਫਿਰ ਬਰੈਂਪਟਨ ਨੂੰ ਇੰਪੋਰਟੈਂਸ ਕੋਈ ਮਹੱਤਤਾ ਮਿਲਣੀ ਹੈ ਕਿਉਂਕਿ ਹੁਣ ਤੀਜੀ ਟਰਮ ਤੇ ਲਗਾਤਾਰ ਹੋ ਗਈ ਨਾ। ਜੀ ਜੀ ਬਿਲਕੁਲ ਤੀਜੀ ਵਾਰ ਲਗਾਤਾਰ ਹੋ ਗਿਆ 2015 ਤੋਂ ਬਾਅਦ ਕਿ ਬਰੈਂਪਟਨ ਲਾਲ ਰੰਗ ਦੇ ਵਿੱਚ ਰੰਗਿਆ ਜਾ ਰਿਹਾ ਸਰੀ ਲਾਲ ਰੰਗ ਦੇ ਵਿੱਚ ਰੰਗਿਆ ਜਾ ਰਿਹਾ ਹੈ ਤੇ ਉਹਦਾ ਬੈਨੀਫਿਟ ਵੀ ਤੇ ਸ਼ਹਿਰ ਵਾਸੀਆਂ ਨੂੰ ਫਿਰ ਸਰਕਾਰ ਨੇ ਦੇਣਾ ਹੀ ਹੈ ਨਾ ਜੀ। ਸੋ ਇਹ ਆਲੋਚਨਾਵਾਂ ਤੇ ਸਦਾ ਰਹਿਣਗੀਆਂ ਪਰ ਵੋਟਾਂ ਵੀ ਲੋਕਾਂ ਨੇ ਆਪ ਹੀ ਪਾਈਆਂ। ਸੋ ਤਦ ਕਰਕੇ ਇਹ ਹੈ ਜੀ ਵੀ ਲੱਗ ਰਿਹਾ ਵੀ ਪੋਜੀਸ਼ਨਸ ਆ ਜਿਹੜੀਆਂ ਇਹ ਬਰੈਂਪਟਨ ਦੇ ਹਵਾਲੇ ਹੋਣਗੀਆਂ ਤੇ ਬਾਕੀ ਜਿਹੜੀ ਇਹਦੇ ਬਾਰੇ ਫਾਈਨਲ ਸਿਚੁਏਸ਼ਨ ਹੈ ਕੱਲ ਨੂੰ ਅਨਵੀਲ ਹੋ ਜਾਣੀ ਆ ਇਸ ਸਮੇਂ ਦੇ ਲਗਭਗ ਇਸ ਸਮੇਂ ਤੋਂ ਥੋੜਾ ਜਿਹਾ ਸਮਾਂ ਬਾਅਦ ਤੇ ਫਿਰ ਜਿਹੜੀ ਆ ਜੀ ਵੀ ਉਹ ਲਾਈਵ ਬ੍ਰੌਡਕਾਸਟਿੰਗ ਤਾਂ ਹੋਏਗੀ ਹੀ ਪਰ ਇਹਦੇ ਨਾਲ ਹੀ ਇਹ ਆ ਜੀ ਵੀ ਕੱਲ ਨੂੰ ਸਿਚੁਏਸ਼ਨ ਕਲੀਅਰ ਹੋਣ ਤੋਂ ਬਾਅਦ ਫਿਰ ਜਿਹੜੇ ਨਵੇਂ ਮਿਨਿਸਟਰ ਸਾਹਿਬਾਨ ਹੋਣਗੇ ਜਾਂ ਫਿਰ ਡਿਪਟੀ ਮਿਨਿਸਟਰ ਸਾਹਿਬਾਨ ਵੀ ਹੋਣਗੇ ਜਾਂ ਫਿਰ ਪਾਰਲੀਮੈਂਟਰੀ ਸੈਕਟਰੀ ਵੀ ਜਿਹੜੇ ਹੋਣਗੇ ਵੀ ਆਪਣੇ ਅਹੁਦੇ ਵਗੈਰਾ ਸੰਭਾਲਣ 'ਚ ਬਿਜ਼ੀ ਰਹਿਣਗੇ ਅਗਲੇ 3-4 ਹਫ਼ਤੇ। ਉਹ ਤੋਂ ਬਾਅਦ ਫਿਰ ਨਵੰਬਰ 22 ਨੂੰ ਹੋਏਗਾ ਸੈਸ਼ਨ ਸ਼ੁਰੂ ਤੇ ਫਿਰ ਲੱਗਦਾ ਵੀ ਜਿਹੜੀਆਂ ਆਪੋਜੀਸ਼ਨ ਨੇ ਉਹਨਾਂ ਨੇ ਵੀ ਆਪਣੇ ਤੇਵਰ ਆ ਉਹ ਤਿੱਖੇ ਕਰਨੇ ਆ। ਉਹ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਫਿਰ ਦਸੰਬਰ ਦੇ ਕਹਿ ਲਓ ਵੀ ਉਹ ਕ੍ਰਿਸਮਸ ਦੀਆਂ ਛੁੱਟੀਆਂ ਤੱਕ 2-3 ਹਫ਼ਤੇ ਕੀ ਹੁੰਦਾ ਜ਼ਿਆਦਾ ਤਾਂ ਲੱਗ ਰਿਹਾ ਵੀ ਥੋੜਾ ਕੁ ਬਹੁਤਾ ਜ਼ਿਆਦਾ ਕੰਮ ਨਹੀਂ ਹੋ ਪਾਉਣਾ ਬਟ ਸਟਿਲ ਯਾਨੀ ਕਿ ਰਸਮੀ ਤੌਰ ਤੇ ਪਾਰਲੀਮੈਂਟ ਜਿਹੜੀ ਉਹ ਸ਼ੁਰੂ ਹੋ ਜਾਏਗੀ ਕਿਉਂਕਿ 20 ਸਤੰਬਰ ਨੂੰ ਇਲੈਕਸ਼ਨ ਹੋਈ ਹੈ ਤੇ ਲੋਕ ਉਡੀਕ ਰਹੇ ਨੇ ਵੀ ਇੰਨਾ ਲੰਬਾ ਸਮਾਂ ਹੁਣ ਜੇ CRB ਵਾਲੀਆਂ ਨੂੰ ਘਰਾਂ ਦੇ ਵਿੱਚ ਪੈਸੇ ਮਿਲ ਰਹੇ ਸੀ ਤੇ ਮੌਜਾਂ ਕੀਤੀਆਂ ਤੇ MP ਸਾਹਿਬਾਨ ਵੀ ਤੇ ਘਰੇ ਜੀ ਬੈਠੇ ਨਾ ਕਾਫੀ ਲੰਬੇ ਇਲੈਕਸ਼ਨ ਤੋਂ ਪਹਿਲਾਂ ਤੇ ਚਲੋ ਉਹਨਾਂ ਨੇ ਭੱਜ ਨੱਠ ਕੀਤੀ ਪਰ ਤਨਖਾਹਾਂ ਬੈਨੀਫਿਟ ਉਦੋਂ ਵੀ ਮਿਲਦੇ ਰਹੇ ਸਾਰੇ ਹਨਾ ਇਲੈਕਸ਼ਨ ਦੀ ਕੰਪੇਨ ਦੇ ਦੌਰਾਨ ਵੀ ਸਾਰੇ ਸਟਾਫ ਨੂੰ ਵੀ ਜੀ ਏਦਾਂ ਹੀ। ਲੇਕਿਨ ਕਿ ਹੁਣ 20 ਸਤੰਬਰ ਤੋਂ ਇਲੈਕਸ਼ਨ ਹੋਈ ਆ ਤੇ ਅੱਜ ਆ ਦੇਖੋ ਵੀ 25 ਅਕਤੂਬਰ ਹੋ ਗਈ ਆ ਤੇ ਫਿਰ ਅਜੇ 22 ਨਵੰਬਰ ਆ
ਵੀ ਉਦੋਂ ਤੱਕ ਜਾਣੀ ਕਿ ਤਨਖਾਹਾਂ ਭੱਤੇ ਤੇ ਇਹਨਾਂ ਨੂੰ ਵੀ ਘਰਾਂ ਬੈਠਿਆਂ ਮਿਲ ਹੀ ਰਹੇ ਆ, ਪਰ ਜੇ ਉਹਨਾਂ ਨਾਲ ਗੱਲ ਕਰੀਏ ਤੇ ਉਹਨਾਂ ਨੂੰ ਕੰਮ ਬਹੁਤ ਜ਼ਿਆਦਾ ਆ ਵੀ ਜਾਣੀ ਕਿ ਪੂਰੀ ਵਾਹ ਉਹਨਾਂ ਦੀ ਵੀ ਲੱਗੀ ਪਈ ਆ ਆਪਣੇ ਚਿੱਤੋਂ। ਸੋ ਲੋਕ ਲੇਕਿਨ ਕਿ ਭੈਣ ਭਰਾ ਦੇਖ ਨਹੀਂ ਪਾ ਰਹੇ ਵੀ ਉਹ ਮਤਲਬ ਕਿ ਇਸ ਤਰੀਕੇ ਦੇ ਜਿਹੜੇ ਕੰਮ ਆ ਉਹ ਹੋ ਰਹੇ ਆ ਵੀ ਲੋਕਾਂ ਦੀ ਲਾਈਫ ਜਿਹੜੀ ਆ ਕੋਈ ਕਿੱਦਾਂ ਇਹ ਬੈਟਰ ਪਿਛਲੇ ਮਹੀਨੇ ਕਿਤੇ ਦੌਰਾਨ ਹੋਈ ਹੈ ਇਲੈਕਸ਼ਨ ਤੋਂ ਬਾਅਦ। ਸੋ ਲੇਕਿਨ ਕਿ ਦੇਖਦੇ ਹਾਂ ਜੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗਵਰਨਮੈਂਟ ਜਿਹੜੀ ਆ ਲੋਕਾਂ ਨੇ ਹੁਣ ਮਾਈਨੋਰਿਟੀ ਮੈਂਡੇਟ ਦਿੱਤਾ ਜਸਟਿਨ ਟਰੂਡੋ ਉਹਨਾਂ ਨੂੰ ਜੀ ਕਿਸ ਤਰ੍ਹਾਂ ਉਹ ਸਰਕਾਰ ਜਿਹੜੀ ਆ ਵੀ ਆਪਣੀ ਲੀਡਰਸ਼ਿਪ ਦੇ ਤਹਿਤ ਚਲਾ ਪਾਉਂਦੇ ਨੇ ਲੇਕਿਨ ਕਿ ਇਹ ਰਿਹਾ ਵੀ ਲਗਾਤਾਰ ਦੂਸਰੀ ਇਹ ਮਾਈਨੋਰਿਟੀ ਤੋਂ ਬਾਅਦ ਜਸਟਿਨ ਟਰੂਡੋ ਹੋਰ ਕਮਜ਼ੋਰ ਹੋਏ ਆ ਕਿਉਂਕਿ ਇਹ ਇਲੈਕਸ਼ਨ ਐਲਾਨ ਕਰਨ ਦਾ ਉਹਨਾਂ ਦਾ ਜਿਹੜਾ ਟੀਚਾ ਸੀਗਾ ਉਹ ਸੀਗਾ ਵੀ ਅਸੀਂ ਮੈਜੋਰਿਟੀ ਪਰ ਮੈਂਡੇਟ ਕਿਉਂਕਿ ਸੇਮ ਰਿਹਾ ਇਸ ਕਰਕੇ ਜਿਹੜੀ ਆਪੋਜੀਸ਼ਨ ਆ ਉਹਦੀ ਚੜ੍ਹਤ ਬਰਕਰਾਰ ਜਿਹੜੀ ਅੱਜ ਵੀ ਉਹ ਰਹਿ ਸਕਦੀ ਆ ਆਉਣ ਵਾਲੇ ਹਫ਼ਤਿਆਂ ਮਹੀਨਿਆਂ ਦੇ ਦੌਰਾन। आगे आगे देखो होता है क्या, कल को पता चलेगा कि कौन कहाँ से क्या बन रहा है। सो विल फाइंड आउट टुमारो एंड ऑल द बेस्ट। ਗੱਲ ਕਰਦੇ ਆ ਜੀ ਕਿ ਤੁਸੀਂ ਧਰਤੀ ਦੇ ਆਲੇ ਦੁਆਲੇ ਦੇ ਵਿੱਚ ਦੇਖ ਲਓ ਜਿੱਥੇ ਜਿੱਥੇ ਮੈਜੋਰਿਟੀ ਲੋਕਤੰਤਰ ਦੇ ਵਿੱਚ ਗਵਰਨਮੈਂਟ ਬਣੀ ਉੱਥੇ ਕੀ ਹੋ ਰਿਹਾ ਤੇ ਜਿੱਥੇ ਮਾਈਨੋਰਿਟੀ ਬਣੀ ਉੱਥੇ ਕੀ ਹੋ ਰਿਹਾ। ਲੋਕਾਂ ਦੇ ਹਿੱਤ ਵਿੱਚ ਇਹੀ ਆ ਕਿ ਲੋਕਤੰਤਰ ਵਿੱਚ ਮਾਈਨੋਰਿਟੀ ਗਵਰਨਮੈਂਟ ਰਹੇ ਕਿਉਂਕਿ ਆਪੋਜੀਸ਼ਨ ਦਾ ਉਹਨਾਂ ਤੇ ਬੈਟਰ ਕੁੰਡਾ ਰਹਿੰਦਾ ਤੇ ਫਿਰ ਮਨਮਰਜ਼ੀਆਂ ਕਰਨੀਆਂ ਸੰਭਵ ਨਹੀਂ ਰਹਿੰਦੀਆਂ ਜੀ। ਪਰ ਜਿੱਥੇ ਜਿੱਥੇ ਮੈਜੋਰਿਟੀ ਚੁਣੀ ਜਾਂਦੀ ਆ 4-5 ਸਾਲਾਂ ਲਈ ਸਮਝ ਲਓ ਵੀ ਉੱਥੇ ਤੁਸੀਂ ਆਪੇ ਹੀ ਡਿਕਟੇਟਰਸ਼ਿਪ ਚੁਣ ਲਈ ਵੀ ਉਹ ਮਨਮਰਜ਼ੀਆਂ ਕਰਨ ਦਾ ਉਹਨਾਂ ਨੂੰ ਖੁੱਲਾ ਮੌਕਾ ਦੇ ਦਿੱਤਾ ਵੀ ਕਰੋ ਜੀ 4 ਸਾਲ ਤੋਂ ਜਾਓ ਸਾਨੂੰ ਉਸ ਤੋਂ ਬਾਅਦ ਫਿਰ ਅਖੀਰਲੇ ਸਾਲ ਫੇਰ ਆ ਜਿਓ। ਹੁਣ ਆਪਾਂ ਦੇਖਦੇ ਹਾਂ ਨਾ ਯੂਪੀ ਦੇ ਵਿੱਚ ਉਹ ਕਹਿੰਦੇ ਜੀ ਹੁਣ ਸੈੱਲ ਫੋਨ ਇੱਥੇ ਦਿਆਂਗੇ ਲੋਕਾਂ ਨੂੰ ਮੁਫ਼ਤ ਪਹਿਲਾਂ ਪੰਜਾਬ 'ਚ ਦੇ ਦਿੱਤੇ ਹੈ ਨਾ। ਸੋ ਕਹਿੰਦਾ ਮਤਲਬ ਵੀ ਇਸ ਤਰ੍ਹਾਂ ਦੀ ਜਿਹੜੀ ਡੈਮੋਕ੍ਰੇਸੀ ਆ ਨਾ ਵੀ ਉਹ ਵੀ ਇਹ ਹੁਣ ਮਤਲਬ 4 ਸਾਲ ਤੇ ਘਰਾਂ 'ਚ ਬੈਠੇ ਰਹਿਣਾ ਤੇ ਮੁੜ ਕੇ ਅਖੀਰਲੇ ਸਾਲ ਜਿਹੜਾ ਜੀ ਇੱਦਾਂ ਦੇ ਵਾਅਦੇ ਲੈ ਕੇ ਨਿਕਲ ਪੈਣਾ ਉਹ ਲੇਕਿਨ ਕੋਈ ਉੱਥੋਂ ਦੀ ਗੱਲ ਆ। ਬਟ ਇਨ ਜਨਰਲ ਮੈਂ ਇਹ ਸਾਰੀ ਧਰਤੀ ਤੇ ਜਾ ਕੇ ਵਿਚਰ ਕੇ ਦੇਖ ਰਿਹਾ ਵੀ ਡੈਮੋਕ੍ਰੇਸੀ ਦੇ ਵਿੱਚ ਮਾਈਨੋਰਿਟੀ ਗਵਰਨਮੈਂਟ ਜਿਹੜੀ ਆ ਉਹ ਲੋਕਾਂ ਨੂੰ ਬੈਟਰ ਉਹਨਾਂ ਦੇ ਹਿੱਤ ਵਿੱਚ ਸਰਵ ਕਰ ਸਕਦੀ ਹੈ ਤੇ ਜਦੋਂ ਮੈਜੋਰਿਟੀ ਗਵਰਨਮੈਂਟ ਚੁਣਦੇ ਹੋ ਤੇ ਫਿਰ ਉਹ ਪਾਰਟੀ ਆਪਣੇ ਚੰਮ ਦੀਆਂ ਚਲਾ ਸਕਦੇ ਨੇ 4 ਸਾਲ ਇਹ ਤੁਸੀਂ ਉਹਨਾਂ ਨੂੰ ਮੈਂਡੇਟ ਦਿੰਦੇ ਹੋ। ਸੋ ਇਸ ਕਰਕੇ ਮਾਈਨੋਰਿਟੀ ਗਵਰਨਮੈਂਟ ਹੈ ਜਿਹੜਾ ਜੀ ਉਹ ਲੋਕਾਂ ਦੇ ਹਿੱਤ ਵਿੱਚ ਬੈਟਰ ਕੰਮ ਕਰ ਸਕਦੀ ਹੈ। ਜੌਲ ਸਾਹਿਬ ਅਗਲੀ ਖਬਰ ਵੱਲ ਅਸੀਂ ਵੱਧਦੇ ਹਾਂ ਜੋ ਕਾਫੀ ਖੁਸ਼ੀ ਦੀ ਖਬਰ ਵੀ ਹੈ ਸਾਡੇ ਪੰਜਾਬੀ ਕਮਿਊਨਿਟੀ ਦੇ ਵਾਸਤੇ ਐਂਡ ਨਾਮਵਾਰ ਜਿਹੜੇ ਸ਼ਖਸੀਅਤਾਂ ਜਦੋਂ ਉਹਨਾਂ ਦੀਆਂ ਕਹਿੰਦੇ ਨਾ ਕਿ ਸੜਕਾਂ ਉੱਤੇ ਨਾਮ ਲਿਖੀਆਂ ਹੁੰਦੀਆਂ ਬੜਾ ਮਾਣ ਮਹਿਸੂਸ ਹੁੰਦਾ ਆ। ਸੋ ਗੁਲਜ਼ਾਰ ਚੀਮਾ ਜੀ ਵਿਨੀਪੈਗ ਦੇ ਵਿੱਚ ਉਹਨਾਂ ਦੇ ਨਾਂ ਤੇ ਹੇਠ ਇੱਕ ਸਟਰੀਟ ਰੱਖਣ ਜਾ ਰਹੇ ਤੇ ਨਾਲ ਦੀ ਨਾਲ ਜੇ ਆਪਾਂ ਗੱਲਬਾਤ ਕਰੀ ਸਾਡੇ ਲੋਕਲ ਆਨਰੇਬਲ ਗੁਰਬਖਸ਼ ਸਿੰਘ ਮੱਲੀ ਜੀ ਉਹਨਾਂ ਦੇ ਨਾਂ ਤੇ ਇੱਕ ਪਾਰਕ ਬਣਨ ਜਾ ਰਹੀ ਹੈ ਜੀ। ਯੈਸ ਅਰਸ਼ ਇਹ ਜਿਹੜੀ ਐਫਰਟ ਆ ਨਾ ਲੱਗਦਾ ਵੀ ਇਹ ਫੇਅਰ ਸ਼ੇਅਰ ਇੱਕ ਤਰੀਕੇ ਦੇ ਨਾਲ ਕਮਿਊਨਿਟੀਜ਼ ਨੂੰ ਦੇਣ ਦੀ ਗੱਲ ਆ ਜੀ ਕਿਉਂਕਿ ਆਪਾਂ ਕੈਨੇਡਾ ਇਹ ਕਮਿਊਨਿਟੀਜ਼ ਹੁਣ ਆਪਾਂ ਹੈਗੇ ਆ ਮਲਟੀ ਕਲਚਰਲ ਕਮਿਊਨਿਟੀਜ਼ ਹੈ ਨਾ ਅਲੱਗ ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਆ ਤੇ ਗੁਲਦਸਤਾ ਆ ਤੇ ਇੱਕ ਦੇਸ਼ ਆ ਜੀ ਉਹਦੇ ਵਿੱਚ ਫਿਰ ਨੈਚੁਰਲੀ ਆ ਜਿੰਨਾ ਕੁ ਕਿਸੇ ਦਾ ਕੰਟਰੀਬਿਊਸ਼ਨ ਆ ਉਸ ਦੀ ਰੈਕੋਗਨੀਸ਼ਨ ਵੀ ਜਿਹੜਾ ਸਿਸਟਮ ਦੇ ਵਿੱਚ ਕਰਨਾ ਜ਼ਰੂਰੀ ਆ। ਇਹ ਹੈ ਜੀ ਵੀ ਹੁਣ ਆਪਾਂ ਕਿਸੇ ਨੂੰ ਜੇ ਲੋਕ ਇਲੈਕਟ ਕਰਦੇ ਆ ਇੱਕ ਵਾਰ ਮੰਨ ਲਓ ਕਿਸੇ ਨੇ ਗਲਤੀ ਕਰ ਲਈ ਤੇ ਦੂਜੀ ਵਾਰ ਗਲਤੀ ਕਰ ਲਈ ਤੀਜੀ ਵਾਰ ਫੇਰ ਗਲਤੀ ਕਰ ਲਈ ਗਲਤ ਬੰਦਾ ਚੁਣ ਕੇ ਵੀ ਨਾਲ ਆਪਾਂ ਜਿਹੜੇ ਕੁਝ ਕ੍ਰਿਟਿਕ ਆ ਉਹ ਸਦਾ ਕਹਿੰਦੇ ਰਹਿੰਦੇ ਵੀ ਇਹਨੇ ਕੁਛ ਨਹੀਂ ਕੀਤਾ ਫਲਾਣੇ ਨੇ ਕੁਛ ਨਹੀਂ ਕੀਤਾ ਜੀ ਹੈ ਨਾ। ਪਰ ਦੂਜੇ ਪਾਸੇ ਲੋਕ ਜੇ 6-6 ਵਾਰ ਉਹਨਾਂ ਨੂੰ ਚੁਣ ਰਹੇ ਆ ਹੈ ਨਾ ਤੇ ਹੁਣ ਉਹ ਮਤਲਬ ਉਸ ਵੇਲੇ ਜਦੋਂ ਲੋਕ ਆਪਣਾ ਵੋਟ ਪੋਲ ਕਰਦੇ ਆ ਉਦੋਂ ਤਾਂ ਉਹਨਾਂ ਦਾ ਹੱਥ ਤੇ ਮਾਈਂਡ ਕਿਸੇ ਨੇ ਫੜਿਆ ਨਹੀਂ ਨਾ ਉਹ ਆਪਣੀ ਮਰਜ਼ੀ ਨਾਲ ਹੀ ਆਪਣਾ ਵੋਟ ਕਾਸਟ ਕਰਦੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜੀ। ਤੇ ਜੇ ਇੱਥੇ ਕਿਸੇ ਨੂੰ 6 ਵਾਰੀ ਚੁਣਿਆ ਤੇ ਫਿਰ ਉਹਨੇ ਕੁਛ ਕੀਤਾ ਹੀ ਹੋਊਗਾ ਲੋਕਾਂ ਨੇ ਜੀ ਜੀ। ਸੋ ਤਦ ਕਰਕੇ ਅੱਜ ਵੀ ਬਰੈਂਪਟਨ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਨ ਜਾ ਰਿਹਾ। ਸਰਦਾਰ ਗੁਰਬਖਸ਼ ਸਿੰਘ ਜੀ ਮੱਲੀ ਤੁਹਾਨੂੰ ਪਤਾ ਵੀ ਬ੍ਰੈਮਲੀ ਗੌਰ ਮਾਲਟਨ ਰਾਈਡਿੰਗ ਹੁੰਦੀ ਸੀ ਹੁਣ ਉਹ ਰਾਈਡਿੰਗ ਥੋੜੀ ਡਿਫਰੈਂਟ ਹੋ ਗਈ ਆ ਹੁਣ ਮਿਸਿਸਾਗਾ ਮਾਲਟਨ ਬਣ ਗਿਆ ਉਹਦਾ ਇੱਕ ਹਿੱਸਾ ਤੇ ਬਾਕੀ ਬਰੈਂਪਟਨ ਈਸਟ ਆ ਇੱਧਰ ਕੁਛ ਉਹ ਬਰੈਂਪਟਨ ਸੈਂਟਰ ਦੇ ਵਿੱਚ ਹਿੱਸਾ ਚਲਾ ਗਿਆ ਇਸ ਤਰ੍ਹਾਂ ਉਹ ਡਿਵਾਈਡ ਹੋ ਗਈ। ਸੋ ਉਸ ਰਾਈਡਿੰਗ ਨੂੰ ਉਹਨਾਂ ਨੇ 1993 ਤੋਂ ਕਹਿ ਲਓ ਵੀ ਹੈ ਨਾ ਰਿਪਰੈਜ਼ੈਂਟ ਕੀਤਾ ਪਾਰਲੀਮੈਂਟ ਦੇ ਵਿੱਚ ਜੀ 17-18 ਸਾਲ ਲਗਾਤਾਰ ਉਹਨਾਂ ਨੇ ਜਾਣੀ ਕਿ ਇਸ ਤਰੀਕੇ ਦੇ ਨਾਲ ਜਿਹੜਾ ਕਿ ਲੋਕ ਉਹਨਾਂ ਨੂੰ ਬਾਰ-ਬਾਰ ਚੁਣਦੇ ਰਹੇ ਆ ਤੇ ਕੁਝ ਕਰਦੇ ਹੋਣਗੇ। And I believe he was one of the first Sikhs, turban Sikhs in the parliament, right? Yes. And he was the reason behind ਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਸਿਰ ਢੱਕ ਕੇ ਬੈਠਿਆ ਹੀ ਨਹੀਂ ਸੀ ਜਾ ਸਕਦਾ। ਸੋ ਕਿਉਂਕਿ ਵੀ ਲੋਕਾਂ ਨੇ ਬ੍ਰੈਮਲੀ ਗੌਰ ਮਾਲਟਨ ਤੋਂ MP ਚੁਣ ਲਿਆ ਜੋ ਦਸਤਾਰਧਾਰੀ ਆ ਤੇ ਪਾਰਲੀਮੈਂਟ ਦਾ ਫਿਰ ਜਿਹੜਾ ਜੀ ਵੀ ਉਹ ਰੂਲ ਸੀਗਾ ਉਹ ਚੇਂਜ ਕਰਨਾ ਪਿਆ ਤੇ ਫਿਰ ਦਸਤਾਰ ਜਿਹੜੀ ਸਜਾ ਕੇ ਉਹ ਪਾਰਲੀਮੈਂਟ 'ਚ ਜਾ ਸਕੇ ਸੀਗੇ। ਸੋ ਇਹ ਆ ਜੀ ਵੀ ਫਿਰ ਉਸ ਤਰੀਕੇ ਦੇ ਨਾਲ
ਜਿਹੜਾ ਬਰੈਂਪਟਨ ਦੇ ਵਿੱਚ ਹੁਣ ਸਿਟੀ ਕੌਂਸਲ ਨੇ ਐਫਰਟ ਕਰਕੇ ਕਾਰਵਾਈ ਵੈਸੇ ਬਾਕੀ ਦੀ ਚੱਲ ਰਹੀ ਹੈ ਸਾਰੀ ਜਿਹੜੀ ਉਹ ਅਗਲੇ ਹਫ਼ਤਿਆਂ ਦੇ ਦੌਰਾਨ ਆਪਾਂ ਦੇਖਾਂਗੇ ਕਿ ਪੂਰੀ ਹੋ ਕੇ ਬਕਾਇਦਾ ਇੱਕ ਪਲੈਨਿੰਗ ਜਿਹੜਾ ਪ੍ਰੋਗਰਾਮ ਸਾਹਮਣੇ ਆਊਗਾ ਤੇ ਉਹ ਪਾਰਕ ਦਾ ਉਦਘਾਟਨ ਵੀ ਕੀਤਾ ਜਾਊਗਾ ਜੀ। ਇੱਦਾਂ ਹੀ ਉਧਰ ਮੈਨੀਟੋਬਾ ਦੇ ਵਿੱਚ ਗੁਲਜ਼ਾਰ ਸਿੰਘ ਚੀਮਾ ਉਹ ਵੀ ਜਿਹੜੇ ਜੀ ਪਹਿਲੇ ਸੀਗੇ ਵੈਸੇ ਪੰਜਾਬੀ ਜਿਹੜੇ ਕਿ ਉੱਥੋਂ MLA ਚੁਣੇ ਗਏ, ਫਿਰ ਉੱਥੇ ਕੈਬਨਿਟ ਮਿਨਿਸਟਰ ਵੀ ਰਹੇ, ਕਾਫੀ ਉਹਨਾਂ ਦਾ ਨਾਂ ਲੰਬੇ ਸਮੇਂ ਤੋਂ ਚੱਲ ਰਿਹਾ। ਇੱਕ ਸਮੇਂ ਤੇ ਉਹਨਾਂ ਦਾ ਆਲਮੋਸਟ ਨਾਂ ਆ ਗਿਆ ਸੀਗਾ ਕਿ ਚੰਡੀਗੜ੍ਹ ਵਿੱਚ ਕੈਨੇਡਾ ਦੇ ਕੌਂਸਲ ਜਨਰਲ ਹੋਣਗੇ, ਹਨਾ। ਸੋ ਤਦ ਕਰਕੇ ਪਤਾ ਨਹੀਂ ਕੋਈ ਮੋਹਰਲੀ ਕਤਾਰ ਦੇ ਵਿੱਚ ਉਹਨਾਂ ਦਾ ਨਾਂ ਚੱਲਦਾ ਰਿਹਾ, ਗੁਲਜ਼ਾਰ ਸਿੰਘ ਚੀਮਾ ਹੋਣਾ ਦਾ ਨਾਂ, ਤੇ ਉਸ ਨੂੰ ਵੀ ਜਿਹੜਾ ਜੀ ਰੈਕੋਗਨਾਈਜ਼ ਉੱਥੇ ਮੈਨੀਟੋਬਾ ਦੇ ਵਿੱਚ ਕੀਤਾ ਗਿਆ ਤੇ ਉਹਨਾਂ ਦੇ ਨਾਂ ਤੇ ਵੀ ਜਿਹੜੀ ਆ ਸਟਰੀਟ ਦਾ ਨਾਂ ਰੱਖਿਆ ਗਿਆ। ਸੋ ਇਸੇ ਤਰ੍ਹਾਂ ਆਪਾਂ ਦੇਖਿਆ ਬਰੈਂਪਟਨ ਚ ਅਵਤਾਰ ਕੌਰ ਔਜਲਾ ਜੀ ਬਿਲਕੁਲ ਜੀ, ਤੇ ਇਹ ਰੈਕੋਗਨੀਸ਼ਨ ਜਿਹੜੀ ਹੈ ਜੀ ਵੀ ਅਕਸਰ ਲੋਕ ਇਹਨਾਂ ਨੂੰ ਚੁਣਦੇ ਨੇ। ਦੂਸਰੇ ਪਾਸੇ ਅਸੀਂ ਮਲਟੀ ਕਲਚਰਲ ਕਮਿਊਨਿਟੀਜ਼ ਹੈਗੇ ਹਾਂ ਤੇ ਸਾਰੇ ਭੈਣ ਭਰਾਵਾਂ ਦਾ ਜੋ ਯੋਗਦਾਨ ਹੈ ਰਲ ਮਿਲ ਕੇ ਉਹਨਾਂ ਦੀ ਹੁਣ ਕਿੰਨੀਆਂ ਸੜਕਾਂ ਬਣਦੀਆਂ, ਕਿੰਨੇ ਪਾਰਕ ਬਣਦੇ ਆ, ਬਿਲਕੁਲ ਹਨਾ, ਕਿੰਨੀਆਂ ਸਟਰੀਟਸ ਬਣਦੀਆਂ ਤੇ ਉਹਨਾਂ ਦੇ ਨਾਂ ਤੇ ਰੱਖਣੇ ਹੀ ਹੁੰਦੇ ਆ ਆਮ ਤੌਰ ਤੇ, ਕੋਈ ਨਾ ਕੋਈ ਨਾਂ ਤੇ ਉਹਨਾਂ ਦਾ ਹੁੰਦਾ ਹੀ ਆ ਨਾ। ਤੇ ਨਾਂ ਸਦਾ ਫਿਰ ਹੁਣ ਉਹਨਾਂ ਦਾ ਹੀ ਥੋੜਾ ਹੋਣਾ ਆ ਵੀ ਇੱਕ ਕਮਿਊਨਿਟੀ ਦੇ ਵਿੱਚੋਂ ਹੀ, ਹਨਾ, ਸਾਰੀ ਕਮਿਊਨਿਟੀ ਦੀ ਬਰਾਬਰਤਾ ਉਹਨਾਂ ਨੂੰ ਫਿਰ ਨੈਚੁਰਲੀ ਰੈਕੋਗਨਾਈਜ਼ ਕੀਤਾ ਜਾਂਦਾ ਤੇ ਜਿਹਦਾ ਇਹ ਹਿੱਸਾ ਆ ਜੀ। ਲੈਂਦੇ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ, ਆਪਣੇ ਸੁਖਪਾਲ ਭਾਜੀ ਨੂੰ ਸਤਿ ਸ਼੍ਰੀ ਅਕਾਲ ਤੇ ਇਹਨਾਂ ਦੀ ਖਬਰਾਂ ਦੀ ਵੇਟ ਕਰਦੇ ਹੁੰਦੇ ਆ ਜੀ। ਥੈਂਕ ਯੂ ਭਾਜੀ ਦਾ ਜੀ। ਥੈਂਕ ਯੂ ਭਾਜੀ। ਇਹ ਪੁੱਛਦਾ ਸੀ ਜਾਣੀ ਕਿ ਆਪਣੀ ਸਿਟੀ ਦੀ ਜਾਣੀ ਕਿ ਵੋਟਾਂ ਇਲੈਕਸ਼ਨ ਕਦੋਂ ਆ ਰਹੀਆਂ ਤੇ ਜਿਨ੍ਹਾਂ ਨੇ ਜਾਣੀ ਕਿ ਇਲੈਕਸ਼ਨ ਜਾਣੀ ਕਿ ਆਪਣੇ ਜਿਹੜੇ ਮੈਰਵਾਨਾਂ ਦੇ ਹੱਕ 'ਚ ਜੱਜ ਕੀਤੀ ਹੈ ਕਿ ਬਰੈਂਪਟਨ ਵਾਲੇ ਕਹਿੰਦੇ ਵੀ ਲੈ ਮੈਰਵਾਨ ਨਹੀਂ ਹੋਣਾ ਚਾਹੀਦਾ, ਤੇ ਕੀ ਵੋਟ ਹੁਣ ਆਪਣੇ ਬਰੈਂਪਟਨ ਦੇ ਵਾਸੀ ਉਹਨਾਂ ਨੂੰ ਵੋਟ ਪਾ ਕੇ ਜਿਤਾਉਣਗੇ? ਸੁਣਨਾ ਥੈਂਕ ਯੂ ਸੋ ਮਚ। ਜਿਤਾਣਗੇ ਕਿ ਨਹੀਂ ਇਹ ਆਪਾਂ ਅਗਲੇ ਸਾਲ ਅਕਤੂਬਰ ਦੇ ਵਿੱਚ ਦੇਖਾਂਗੇ, ਜਦੋਂ ਪੈਨਸਲ ਬੈਲਟ ਪੇਪਰ ਉਹਨਾਂ ਦੇ ਹੱਥਾਂ 'ਚ ਹੋਏਗਾ ਤੇ ਮਾਈਂਡ ਅੱਖਾਂ ਉਹ ਦੇਖ ਸਕਣਗੀਆਂ ਆਹ ਕੈਂਡੀਡੇਟ ਨੇ ਤੇ ਕਿਹਨੇ ਕੀ ਕੀਤਾ, ਹਨਾ। ਇਹ ਤੇ ਫੈਸਲਾ ਲੋਕਾਂ ਨੇ ਕਰਨਾ। ਹੁਣ ਉਹ ਦੇਖੋ ਵੀ ਬਾਕੀ ਦੀਆਂ ਸਾਰਾ ਮੀਡੀਆ ਨੇ ਆਹ ਕਹਿਤਾ, ਕਿਸੇ ਬੰਦੇ ਨੇ ਕੱਖ ਨਹੀਂ ਕੀਤਾ, ਉਹ ਸਾਰੀਆਂ ਆਲੋਚਨਾਵਾਂ ਠੀਕ ਆ, ਮੰਨ ਲਓ, ਰਾਈਟ। ਪਰ ਜਿਹੜਾ ਵੋਟਰ ਆ ਨਾ, ਜਦੋਂ ਉਹ ਵੋਟ ਪਾਉਣ ਚਲਾ ਗਿਆ ਅੰਦਰ ਪੋਲਿੰਗ ਬੂਥ ਦੇ ਤੇ ਉਹਦੇ ਹੱਥ 'ਚ ਬੈਲਟ ਪੇਪਰ ਹੈ, ਇੱਕ ਪੈਨਸਲ ਹੈ, ਦਿਮਾਗ ਹੈ ਤੇ ਉਹਦੀਆਂ ਅੱਖਾਂ ਨੇ, ਹੋਰ ਤੇ ਕੋਈ ਦੁਨੀਆ ਦਾ ਉੱਥੇ ਕੋਈ ਹੋਰ ਚੀਜ਼ ਹੈ ਨਹੀਂ। ਉਹ ਜਿਹਨੂੰ ਚਾਹੇ ਇਲੈਕਟ ਕਰ ਸਕਦਾ, ਜਿਹੜੇ ਉਸ ਵੇਲੇ ਬੈਲਟ ਪੇਪਰ ਤੇ ਲੋਕ ਹੈਗੇ ਆ। ਉਹ ਮਤਲਬ ਕਿਸੇ ਨੂੰ ਰੀ ਇਲੈਕਟ ਵੀ ਕਰ ਸਕਦਾ, ਉਹ ਕਿਸੇ ਨੂੰ ਡੀ ਇਲੈਕਟ ਵੀ ਕਰ ਸਕਦਾ, ਉਹ ਕਿਸੇ ਨੂੰ ਨਵਾਂ ਇਲੈਕਟ ਵੀ ਕਰ ਸਕਦਾ। ਤੇ ਜੇ ਉਹ ਨਹੀਂ ਕਰਦਾ, ਉਹਨਾਂ ਚੀਜ਼ਾਂ ਨੂੰ ਦੁਬਾਰਾ ਰਿਪੀਟ ਕਰਦਾ, ਤੇ ਫਿਰ ਹੁਣ ਇਹਦੇ ਅੱਗੇ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਨਾ ਜੀ। ਸੋ ਤਦ ਕਰਕੇ ਇਹ ਡੈਮੋਕ੍ਰੇਸੀ ਆ ਵੀ ਲੋਕ ਕੀ ਕਰਨਗੇ ਅਕਤੂਬਰ 2022 ਦੇ ਵਿੱਚ ਉਹ ਆਪਾਂ ਦੇਖਾਂਗੇ। ਤੇ ਲੇਕਿਨ ਕਿ ਜਿਹੜਾ ਅੱਜ ਵੀ ਇਹ ਹੁਣ ਸਿਟੀ ਕੌਂਸਲਰ ਦੇ ਨਾਲ ਜਿਉਂ-ਜਿਉਂ ਇਹ ਸਟੋਰ ਵੱਧਦੇ ਗਏ ਆ, ਜਦੋਂ ਅਰਸ਼ ਗਿਣਤੀ ਪਹੁੰਚੀ ਨਾ ਦਰਜਨ ਤੱਕ ਜੀ, ਤੇ ਫਿਰ ਆਪਾਂ ਇਹ ਨਿਊਜ਼ ਬ੍ਰੇਕ ਕੀਤੀ ਸੀ ਵੀ ਕੀ ਹੋ ਰਿਹਾ ਬਰੈਂਪਟਨ ਦੇ ਵਿੱਚ। ਜੇ 8-9 ਅਲਕੋਹਲ ਦੇ ਜਿਹੜੇ ਲਿਕਰ ਸਟੋਰ ਆ ਉਹ ਬਰੈਂਪਟਨ ਦੇ ਵਿੱਚ ਲਿਕਰ ਦੀ ਅਲਕੋਹਲ ਦੀ ਡਿਮਾਂਡ ਨੂੰ ਪੂਰਾ ਕਰ ਪਾ ਰਹੇ ਆ, ਤੇ 8-9-10 ਜਿਹੜੇ ਭੰਗ ਦੇ ਸਟੋਰ ਕਿਉਂ ਨਾ ਇੰਨੀ ਮੰਗ ਆ ਬਰੈਂਪਟਨ ਦੇ ਵਿੱਚ ਭੰਗ ਦੀ ਵੀ ਸਾਨੂੰ 50+ ਸਟੋਰ ਚਾਹੀਦੇ ਆ। ਸੋ ਉਸ ਵੇਲੇ ਜਦੋਂ ਹਲੂਣਾ ਮਿਲਿਆ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਹੁਣਾਂ ਨੂੰ ਤੇ ਕੌਂਸਲ ਸਾਹਿਬਾਨਾਂ ਨੂੰ, ਤੇ ਫਿਰ ਉਹਨਾਂ ਨੇ ਕਿਹਾ ਵੀ ਇੱਥੇ ਵੀ ਪੱਕੇ ਅਸੀਂ ਗਲਤੀ ਕਰ ਗਏ, ਅਸੀਂ ਆਪਟ ਇਨ ਤਾਂ ਕਰ ਗਏ, ਕੈਪ ਅਸੀਂ ਕੀਤਾ ਹੀ ਨਹੀਂ, ਜੇ ਕੈਪ ਨਹੀਂ ਸੀ ਪ੍ਰੋਵਿੰਸ ਨੇ ਕਰਨ ਦੇਣਾ ਤੇ ਫਿਰ ਆਪਟ ਆਊਟ ਹੀ ਕਰ ਜਾਓ ਕਿ ਅਸੀਂ ਕੋਈ ਵੀ ਨਹੀਂ ਖੁੱਲਣ ਦੇਣਾ ਫਿਰ, ਹਨਾ। ਰਾਈਟ। ਇਸ ਚੀਜ਼ ਤੇ ਉਦੋਂ ਵਿਚਾਰ ਨਹੀਂ ਕੀਤਾ ਗਿਆ। ਫਿਰ ਮੋਸ਼ਨ ਲੈ ਜੀ, ਹੁਣ ਅਸੀਂ ਚਿੱਠੀ ਲਿਖਾਂਗੇ ਪ੍ਰੋਵਿੰਸ ਨੂੰ ਵੀ ਇੱਥੇ ਸਾਨੂੰ ਨੰਬਰ ਜਿਹੜੇ ਆ ਉਹ ਕੈਪ ਕਰ ਲੈਣ ਦਿਓ ਵੀ 8-9-10 ਤੋਂ ਅਸੀਂ ਵੱਧ ਨਹੀਂ ਸਟੋਰ ਚਾਹੁੰਦੇ। ਉਹ ਮੋਸ਼ਨ ਵੀ ਸਿਟੀ ਕੌਂਸਲ 'ਚ ਪਾਸ ਨਹੀਂ ਹੋਇਆ। ਕਹਿਣ ਦਾ ਮਤਲਬ ਮੈਜੋਰਿਟੀ ਕੌਂਸਲਰ ਚਾਹੁੰਦੇ ਆ ਵੀ ਅਨਲਿਮਿਟਿਡ ਨੰਬਰ ਆਫ ਮੈਰੀਵਾਨਾ ਸਟੋਰ ਬਰੈਂਪਟਨ ਵਾਸਤੇ ਗੁੱਡ ਆ। ਤੇ ਜਦੋਂ ਕੌਂਸਲਰ ਹਰਕੀਰਤ ਨੂੰ ਮੈਂ ਇਹ ਪੁੱਛਿਆ ਵੀ ਆਪਾਂ ਦੇਖੋ ਵੀ 4 ਸਾਲ ਤੁਸੀਂ ਕੌਂਸਲਰ ਵੀ ਹੁੰਨੇ ਆ, ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕੈਂਡੀਡੇਟ ਵੀ ਹੁੰਨੇ ਆ, ਰਾਈਟ। ਤੇ ਜਿਹੜੇ ਕੌਂਸਲਰ ਇਹਦੇ ਹੱਕ ਵਿੱਚ ਵੋਟ ਪਾਈ ਜਾਂਦੇ ਆ ਵੀ ਬਹੁਤ ਸਾਰੇ ਸਟੋਰ ਜਿਹੜੇ ਬਰੈਂਪਟਨ 'ਚ ਹੋਣੇ ਚਾਹੀਦੇ ਆ, ਕਿ ਉਹਨਾਂ ਨੇ ਆਪਣੇ ਕੰਸਟੀਚੁਐਂਟਸ ਤੋਂ ਪੁੱਛਿਆ ਲੋਕਾਂ ਨੂੰ ਆਪਣੇ ਵਾਰਡ ਦੇ ਵਿੱਚ ਵੀ ਤੁਸੀਂ ਕੀ ਚਾਹੁੰਦੇ ਹੋ ਭਾਈ? ਉਹ ਕੀ ਫੀਡਬੈਕ ਉਹਨਾਂ ਨੂੰ ਦਿੰਦੇ ਆ ਵੀ ਸਾਨੂੰ ਚਾਹੀਦੇ ਆ ਬਹੁਤ ਸਾਰੇ ਸਟੋਰ। ਇਹ ਹਰਕੀਰਤ ਹੋਣਾ ਨੇ ਮੈਨੂੰ ਕਿਹਾ ਵੀ ਹਾਂਜੀ, ਜਿਹੜੇ ਉਹਨਾਂ ਦੇ ਵਿੱਚ ਕੌਂਸਲਰ ਹੈਗੇ ਆ ਇਹੋ ਜਿਹੇ ਜਿਹੜੇ ਸਾਨੂੰ ਦੱਸਦੇ ਆ ਵੀ ਸਾਡੇ ਵਾਰਡ ਦੇ ਲੋਕ ਇਹ ਨਹੀਂ ਚਾਹੁੰਦੇ ਵੀ ਅਸੀਂ ਬਰੈਂਪਟਨ ਦੇ ਵਿੱਚ ਭੰਗ ਦੇ ਸਟੋਰਾਂ ਦੀ ਜਿਹੜੀ ਗਿਣਤੀ ਆ ਉਹ ਲਿਮਿਟ ਕਰੀਏ। ਵਾਓ। ਸੋ ਇਸ ਕਰਕੇ ਜਿਹੜੀ ਸਿਚੁਏਸ਼ਨ ਹੈ ਜੀ ਕਿ ਅਸੀਂ ਪਲ ਇਹਦੇ ਤੇ ਨਜ਼ਰ ਰੱਖੀ ਆ। ਜਦੋਂ 50 ਪੂਰੇ ਹੋ ਗਏ ਸੀ ਉਦੋਂ ਵੀ ਦੱਸਤਾ ਸੀ, ਜਦੋਂ 25 ਹੋ ਗਏ ਸੀ ਉਦੋਂ ਵੀ ਦੱਸਤਾ ਸੀ, ਜਦੋਂ 40 ਹੋ ਗਏ ਸੀ ਉਦੋਂ ਵੀ ਦੱਸਤਾ ਸੀ। ਅਸੀਂ ਤਾਂ ਗਿਣੀ ਜਾ ਰਹੇ ਹਾਂ ਨਾ। ਐਂਡ ਜਦੋਂ ਡਾਊਨਟਾਊਨ ਬਰੈਂਪਟਨ ਦੇ ਵਿੱਚ ਪ੍ਰੋਟੈਸਟ ਹੋਇਆ ਸੀ, ਉੱਥੇ ਆਪਣੇ ਬੰਦੇ ਕਾਫੀ ਉੱਥੇ ਆਏ ਤੇ ਪ੍ਰੋਟੈਸਟ ਕੀਤਾ, ਬਟ ਇੰਨੇ ਨਹੀਂ ਜਿੰਨੇ ਐਕਸਪੈਕਟਡ ਹੋਣੇ ਚਾਹੀਦੇ ਸੀ।
ਯੈਸ, ਕਿਉਂਕਿ ਵੀ ਹੁਣ ਲੋਕ ਸ਼ਿਫਟਾਂ ਲਾਉਣਗੇ ਉੱਥੇ ਪ੍ਰੋਟੈਸਟ ਕਰਨ ਹਰ ਹਫ਼ਤੇ, ਹਨਾ। ਲੋਕਾਂ ਨੇ ਆਪਣੇ ਪਰਿਵਾਰ ਵੀ ਚਲਾਉਣੇ ਨੇ, ਘਰ ਵੀ ਚਲਾਉਣੇ ਨੇ, ਕਿਉਂਕਿ ਜਦੋਂ ਡੋਰ ਟੂ ਡੋਰ ਜਾਂਦੇ ਆ ਨਾ ਕੈਂਡੀਡੇਟ, ਹਰਸ਼ ਉਹ ਭੈਣ ਭਰਾਵਾਂ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਵਿੱਚੋਂ ਆ, ਸਾਨੂੰ ਸਭ ਤੁਹਾਡੀਆਂ ਮੁਸ਼ਕਲਾਂ ਦਾ ਪਤਾ, ਤੇ ਉੱਥੇ ਜਾ ਕੇ ਤੁਸੀਂ ਕਮਾਲ ਹੀ ਕਰ ਦਿਆਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਛਾ, ਤੇ ਜੇ ਹੁਣ ਉਹ MP ਬਣ ਗਿਆ, MP ਬਣ ਗਿਆ, ਤੂੰ ਕੌਣ ਤੇ ਮੈਂ ਕੌਣ, ਤੁਹਾਨੂੰ ਇਮੋਸ਼ਨਲ ਕਰਕੇ ਸਾਰੀਆਂ ਵੋਟਾਂ ਉਹਨੇ ਤੁਹਾਡੀਆਂ ਲੈ ਲਈਆਂ, ਮੈਂ ਤੁਹਾਡੇ ਵਿੱਚੋਂ ਆ, ਉੱਥੇ ਜਾ ਕੇ ਬਣ ਗਿਆ ਉਹ ਲੀਡਰ ਦਾ ਬਣ ਗਿਆ, ਹਨਾ। ਲੀਡਰ ਦੇ ਕਹੇ ਬਿਨਾਂ ਉਹਨਾਂ ਨੇ ਪੈਰ ਨਹੀਂ ਪੱਟਣਾ ਮਾਰ ਕੇ। ਫਿਰ ਉਹਨਾਂ ਨੂੰ ਚਾਹੀਦੀ ਟਾਊਨ ਹਾਲ ਕਰੀਏ ਜੀ, ਹੁਣ ਲੋਕਾਂ ਨੂੰ ਪੁੱਛੀਏ ਵੀ ਆਹ ਮੁਸ਼ਕਿਲ ਏਦਾਂ ਹੈਗੀ ਆ ਕਿ ਨਹੀਂ। ਇਲੈਕਸ਼ਨ ਵੇਲੇ ਸਾਨੂੰ ਸਾਰਾ ਪਤਾ, ਇਲੈਕਟ ਹੋਣ ਤੋਂ ਬਾਅਦ ਅਸੀਂ ਟਾਊਨ ਹਾਲ ਕਰਾਂਗੇ। ਲੋਕ ਉੱਥੇ ਆਪਣੀਆਂ ਸ਼ਿਫਟਾਂ ਛੱਡ ਕੇ ਆਉਣ, ਇਹਨਾਂ ਨੂੰ ਟਾਊਨ ਹਾਲ ਕਰਨ ਦਾ ਵੀ ਟੈਕਸ ਡਾਲਰ ਚੋਂ ਮਤਲਬ ਇਹਨਾਂ ਨੇ ਕਲੇਮ ਕਰ ਲੈਣਾ, ਅਸੀਂ ਟਾਊਨ ਹਾਲ ਮੀਟਿੰਗ ਕਰਨ ਗਏ ਸੀ, ਖਰਚੇ ਪਾ ਲੈਣੇ, ਗੱਡੀ ਚਲਾਉਣ ਦੇ ਵੀ, ਸਭ ਕੁਛ। ਸੋ ਤਦ ਕਰਕੇ ਇਹ ਆ ਵੀ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਦੇ ਵਿੱਚ ਲੜਨਾ ਸਾਡਾ ਕੰਮ ਨਹੀਂ, ਸਵਾਲ ਕਰਨਾ ਚਲੋ ਹਰ ਇੱਕ ਜਿਹੜਾ ਸਾਡਾ ਟੈਕਸ ਪੇਅਰ ਆ, ਵੋਟਰ ਆ, ਉਹ ਕਰ ਸਕਦੇ ਨੇ। ਤੇ ਲੇਕਿਨ ਕਿ ਜਾਣੀ ਕਿ ਉਸ ਵੇਲੇ ਜਦੋਂ ਬੈਲਟ ਪੇਪਰ ਤੁਹਾਡੇ ਹੱਥ 'ਚ ਹੈ, ਪੈਨਸਲ ਤੁਹਾਡੇ ਹੱਥ ਵਿੱਚ ਹੈ, ਦਿਮਾਗ ਤੁਹਾਡੀਆਂ ਅੱਖਾਂ ਖੋਲੀਆਂ ਨੇ, ਉਸ ਵੇਲੇ ਜੇ ਤੁਸੀਂ ਇਹ ਪ੍ਰਭਾਵ ਰੱਖਣਾ ਵੀ ਇਹ ਮੇਰਾ ਗੁਆਂਢੀ ਹੈ, ਇਹ ਮੇਰਾ ਰਿਸ਼ਤੇਦਾਰ ਹੈ, ਇਹ ਮੇਰਾ ਪੇਂਡੂ ਹੈ, ਹਨਾ, ਵੀ ਮੇਰੇ ਮਹੱਲੇ ਦਾ ਜੀ, ਮੈਨੂੰ ਮੇਰੇ ਕਿਸੇ ਚੌਧਰੀ ਨੇ ਜਾਂ ਚੌਧਰਾਣੀ ਨੇ ਕਿਹਾ ਸੀ ਵੀ ਆਪਾਂ ਫਲਾਨੀ ਨੂੰ ਹੀ ਵੋਟ ਪਾਉਣੀ, ਹੋਰ ਨਹੀਂ ਕਿਸੇ ਨੂੰ ਪਾਉਣੀ ਜੀ। ਜੇ ਤੁਸੀਂ ਉੱਥੇ ਜਾ ਕੇ ਇਹ ਕੁਚੱਜ ਕੀਤਾ, ਮੈਂ ਸ਼ਬਦ ਕੁਚੱਜ ਵਰਤ ਰਿਹਾ, ਤੇ ਫਿਰ ਸਿੱਟੇ ਸਾਹਮਣੇ ਆਉਂਦੇ ਆ ਨਾ। ਤੋ ਤਦ ਕਰਕੇ ਇਹ ਆ ਵੀ ਜਦੋਂ ਬੈਲਟ ਪੇਪਰ ਹੱਥ ਵਿੱਚ ਹੈ ਭੈਣ ਭਰਾਓ, ਪੈਨਸਲ ਹੱਥ ਵਿੱਚ ਹੈ, ਦਿਮਾਗ ਦੇ ਖੁੰਨੇ ਖੁੱਲੇ ਆ, ਅੱਖਾਂ ਵੀ ਖੁੱਲੀਆਂ ਨੇ, ਤੇ ਫਿਰ ਫੈਸਲਾ ਸਹੀ ਤੁਸੀਂ ਵੀ ਕਰੋ। ਤਦ ਕਰਕੇ ਫਿਰ ਬਾਅਦ ਦੇ ਵਿੱਚ ਉਹ ਆਲੋਚਨਾਵਾਂ ਦਾ ਕੋਈ ਲਾਭ ਨਹੀਂ ਹੈ, ਜਦੋਂ ਪਹਿਲਾਂ ਤੁਸੀਂ ਰਿਸ਼ਤੇਦਾਰੀਆਂ ਪੇਂਡੂ ਤੇ ਚੌਧਰੀ ਤੇ ਚੌਧਰਾਣੀਆਂ ਦੇ ਆਖੇ ਲੱਗਦੇ ਹੋ, ਤੇ ਬਾਅਦ ਦੇ ਵਿੱਚ ਤੁਸੀਂ ਸੋਚੋ ਜਰਾ ਕਿ ਜਿੰਨਾ ਚਿਰ ਤੁਸੀਂ ਚੌਧਰੀਆਂ ਚੌਧਰਾਣੀਆਂ ਦੇ ਆਖੇ ਲੱਗ ਵੋਟਾਂ ਪਾਈਆਂ, ਚੌਧਰੀਆਂ ਚੌਧਰਾਣੀਆਂ ਨੂੰ ਉਹਦਾ ਕੀ ਲਾਭ ਹੋਇਆ ਤੇ ਤੁਹਾਨੂੰ ਕੀ ਲਾਭ ਹੋਇਆ। ਕਿਉਂਕਿ ਤੁਸੀਂ ਫਿਰ ਕਹਿੰਦੇ ਆ ਨਾ ਵੀ ਨੌਕਰੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਮਿਲ ਰਹੀਆਂ, ਸਾਡੇ ਬੱਚੇ ਤਾਂ ਰੁਲਦੇ ਆ ਡਿਗਰੀਆਂ ਫੜ ਜੀ 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 ਜੀ। ਕਿਉਂਕਿ ਇਹੀ ਤਾਂ ਹੈ, ਫਿਰ ਉਹ ਚੌਧਰੀ ਚੌਧਰਾਣੀ ਕਿਉਂ ਤੁਹਾਡੇ ਕੋਲ ਆਪਣੇ ਮਨ ਮਰਜ਼ੀ ਦੇ ਕੈਂਡੀਡੇਟ ਨੂੰ ਵੋਟ ਪਵਾ ਰਹੇ ਆ, ਤੇ ਕੈਂਡੀਡੇਟ ਜਿਹੜਾ ਇਲੈਕਟ ਹੋਇਆ ਉਹਨੇ ਤੇ ਆਪੇ ਉਹ ਚੌਧਰੀ ਦੀ ਮੰਨਣੀ, ਤੁਹਾਡੀ ਕਿੱਥੋਂ ਮੰਨਣੀ ਆ ਜੀ। ਕਿਉਂਕਿ ਤੁਸੀਂ ਤੇ ਜਦੋਂ ਚੌਧਰੀ ਦੇ ਮਗਰ ਲੱਗ ਕੇ ਉੱਥੇ ਵੋਟਾਂ ਪਾ ਰਹੇ ਹੋ, ਇਲਾਕਾਵਾਦ ਕਰ ਰਹੇ ਹੋ, ਹਨਾ, ਜਾਤੀਵਾਦ ਕਰ ਰਹੇ ਹੋ, ਇੱਥੇ ਕਈ ਵਾਰੀ ਨਸਲਵਾਦ ਕਰ ਰਹੇ ਹੋ ਖੁਦ ਕਈ ਵਾਰੀ, ਹਨਾ। ਜਿਹੜੀਆਂ ਚੀਜ਼ਾਂ ਸਾਨੂੰ ਕੂੜ ਕਬਾੜੇ ਦਿਮਾਗਾਂ ਦੇ ਉੱਥੇ ਵਿੱਚ ਛੱਡ ਕੇ ਚੱਲਣਾ ਚਾਹੀਦਾ ਸੀ, ਜਾਂ ਚੋ ਆਪਾਂ ਕੀਤਾ ਨਹੀਂ ਜੀ, ਤੇ ਫਿਰ ਸੰਸਾਰ ਤੇ ਇੱਥੇ ਜਿੱਦਾਂ ਦਾ ਹੁਣ ਆਪਾਂ ਚਿਤਰ ਰਹੇ ਹਾਂ ਆਪਣੇ ਸਾਹਮਣੇ ਹੀ ਆ। ਲੈਣੇ ਪਹਿਲੀ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਪਣੀ ਜੋਰ ਸਾਹਿਬ, ਸਤਪਾਲ ਤੇ ਤਿੰਨ ਵੀ ਬੇਟਾ ਜੀ ਜੀ, ਸਾਰੇ ਸਾਨੂੰ ਦੇਖਣ ਵਾਲਿਆਂ ਨੂੰ ਵੀ ਬਹੁਤ ਛੋਟਾ ਜਿਹਾ ਸਵਾਲ ਆ। ਸਤਪਾਲ ਬੇਟਾ ਦੇਖੋ, ਇਲੈਕਸ਼ਨਾਂ ਵਿੱਚ ਪਰਤਾ ਕੇ ਮੇਰੇ ਘਰ ਵਾਲਿਆਂ ਦੇਖਿਆ ਮੁੰਡੇ, ਇਹ ਉਹੀ ਉਹ ਲੋਕ ਜਿੱਤ ਜਾਂਦੇ ਆ ਜਾ ਕੇ ਮੂਹਰੇ ਕੁਛ ਵੀ ਨਹੀਂ ਕਰਦੇ ਜਾਂ ਕਰਦੇ ਪਤਾ ਨਹੀਂ, ਪਰ ਦੇਖੋ ਕਿੰਨਾ ਤੁਸੀਂ ਡੋਰ ਟੂ ਡੋਰ ਗਏ, ਮੈਂ ਤੁਹਾਨੂੰ ਚੰਗੀ ਤਰ੍ਹਾਂ ਦੇਖਿਆ, ਪਰ ਵੋਟਾਂ ਵੀ ਉਹਨਾਂ ਨੂੰ ਪੈਂਦੀ, ਸਾਨੂੰ ਤਾਂ ਧੱਕੇ ਹੀ ਪੈਂਦੇ। ਦੇਖੋ ਕੀ ਹੁੰਦਾ, ਇਹ ਦੁਨੀਆ ਬੜੀ ਰੰਗ ਬਿਰੰਗੀ ਆ, ਚੰਗੇ ਬੰਦੇ ਜਾ ਕੇ ਉੱਥੇ ਵਿੱਚ ਚੰਗੇ ਕੰਮ ਕਰਦੇ ਵੀ ਹੋਣਗੇ, ਸਾਨੂੰ ਇੰਨਾ ਪਤਾ ਨਹੀਂ ਹੈਗਾ, ਪਰ ਔਖਾ ਹੈ ਪ੍ਰੋਸੀਜਰ ਕਿੰਨਾ, ਸਾਨੂੰ ਮੂਹਰੇ ਲੀਡਰ ਚੁਣਨੇ ਬੜੇ ਔਖੇ ਹੋ ਗਏ ਜੀ। ਮਿਸ ਗੋਸਾ ਥੈਂਕ ਯੂ। ਆਪਣੇ ਲੋਕਾਂ ਦਾ ਬੜਾ ਰੌਲਾ ਘਸਾਉਣਾ ਹੈ ਜੀ ਹੁਣ ਤਾਂ, ਪਰ ਇਹ ਚਿਰਾਂ ਤੋਂ ਗੱਲ ਏਦਾਂ ਦੀ ਆ ਰਹੀ ਆ, ਉਦੋਂ ਵੀ ਇਹੀ ਕੁਛ ਹੋਇਆ ਸੀ, ਅੱਜ ਤੋਂ 25-30 ਸਾਲ ਪਹਿਲਾਂ ਵੀ ਆਪਣੇ ਲੋਕਾਂ ਦਾ ਰੰਗ ਬਿਰੰਗਾ ਢੰਗ, ਕਿੱਧਰ ਨੂੰ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਮੁੜ ਜਾਂਦੇ ਆ ਜੀ। ਮਿਸ ਗੋਸਾ ਥੈਂਕ ਯੂ ਸੋ ਮਚ, ਥੈਂਕ ਯੂ। ਤੁਹਾਡੇ ਵਿਚਾਰ ਚੱਲ ਗਿਆ ਆਉਂਦੀ ਹੈ ਜੀ ਜੀ ਜਲ ਸਾਹਿਬ। ਜੀ ਨਹੀਂ ਦੇਖੋ, ਜਿਹੜਾ ਇਹਨਾਂ ਨੇ ਲਫ਼ਜ਼ ਵਰਤਿਆ ਨਾ ਧੱਕੇ, ਉਹ ਮੈਂ ਬਾਈ ਨਹੀਂ ਕਰਦਾ ਨਹੀਂ। ਹਾਂ, ਕਮਿਊਨਿਟੀ ਨੇ ਸਾਨੂੰ ਬਹੁਤ ਬਹੁਤ ਸਤਿਕਾਰ ਦਿੱਤਾ, ਮੈਂ ਸਦਾ ਸੀਸ ਨਿਵਾਉਂਦਾ ਹੈ ਬਿਲਕੁਲ। ਪਰ ਜਿਹੜਾ ਹੈ ਨਾ ਇਹ ਆਪਾਂ ਗੱਲ ਕਰਦੇ ਹਾਂ ਵੀ ਗਰੁੱਪਾਂ ਦੀ, ਧੜਿਆਂ ਦੀ, ਚੌਧਰੀਆਂ ਦੀ, ਚੌਧਰਾਣੀਆਂ ਦੀ, ਧਰਮਾਂ ਦੀ, ਜਾਤਾਂ ਦੀ, ਕਿਉਂਕਿ ਇਹ ਚੀਜ਼ਾਂ ਮੇਰੇ ਸਾਡੇ ਕਾਰਡ ਤੇ ਨਹੀਂ ਹੈਗੀਆਂ। ਨਾ ਅਸੀਂ ਕਿਸੇ ਗਰੁੱਪ ਨੂੰ ਲੈ ਕੇ ਚੱਲਦੇ, ਨਾ ਕਿਸੇ ਧੜੇ ਨੂੰ ਲੈ ਕੇ ਚੱਲਦੇ, ਨਾ ਚੌਧਰੀ ਨੂੰ ਲੈ ਕੇ ਚੱਲਦੇ, ਨਾ ਚੌਧਰਾਣੀ ਨੂੰ ਲੈ ਕੇ ਚੱਲਦੇ, ਨਾ ਪਿੰਡ ਨੂੰ, ਨਾ ਕਿਸੇ ਜਾਤ ਨੂੰ, ਧਰਮ ਨੂੰ, ਕੱਖ ਨੂੰ ਵੀ ਨਹੀਂ ਜੀ। ਅਬਿਲਿਟੀ ਹੈਗੀ ਆ ਤਾਂ ਰੱਖ ਲਓ, ਨਹੀਂ ਤਾਂ ਰਹਿਣ ਦਿਓ। ਪਰ ਜੇ ਕਿਸੇ ਕੈਂਡੀਡੇਟ ਦੀ ਅਬਿਲਿਟੀ ਨੂੰ ਤੁਸੀਂ ਖੂਹ ਖਾਤੇ ਪਾਉਂਦੇ ਹੋ, ਚੌਧਰੀਆਂ, ਧੜਿਆਂ, ਗਰੁੱਪਾਂ ਦੇ ਪਿੱਛੇ ਲੱਗਨੇ ਹੋ, ਤੇ ਫਿਰ ਸਿੱਟੇ ਤਾਂ ਸਾਹਮਣੇ ਹੀ ਆਣਾ ਜੀ, ਸਾਹਮਣੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਸ ਕਰਕੇ ਇੱਕ ਇਕੱਲਾ ਵਿਅਕਤੀ ਹੋਵੇ ਤੇ ਇੱਕ ਮਤਲਬ ਕਹਿ ਲਓ ਵੀ ਹੁਣ ਗਰੁੱਪ ਕਹਿੰਦੇ ਜੀ ਬਹੁਤ ਵੱਡੇ ਹੋ ਗਏ ਇੱਥੇ, ਹਨਾ, ਤੇ ਜਦੋਂ ਹੁਣ ਗਰੁੱਪਾਂ ਦੇ ਵਿੱਚ ਮਤਲਬ ਹੈ ਲੋਕ ਤਾਂ ਲੋਕ ਹੀ ਆ ਨਾ ਜੀ, ਤਾਦੀ ਆ।
ਸੋ ਤਦ ਕਰਕੇ ਆ ਵੀ ਤੁਸੀਂ ਗਰੁੱਪਾਂ ਧੜਿਆਂ ਦੀ, ਚੌਧਰੀਆਂ ਚੌਧਰਾਣੀਆਂ ਦੀ ਇਹੋ ਜਿਹੀ ਗੱਲ ਮਤਲਬ ਪੇਂਡੂਆਂ ਦੀ ਮੰਨਣੀ ਆ ਕਿ ਜਾਂ ਤੁਸੀਂ ਐਬਿਲਿਟੀ, ਕੰਪੀਟੈਂਸੀ, ਯੋਗਤਾ ਨੂੰ ਸਤਿਕਾਰ ਦੇਣਾ। ਜੀ ਜੀ ਹੈਗੇ ਨੇ ਉਹ ਤਾਂ ਹੁਣ ਬਾਣੀ ਦੇ ਵਿੱਚ ਵੀ ਸਭ ਕੁਝ ਹੈਗਾ ਨਾ ਵੀ ਥੋੜੇ ਆ, ਘਣੇ ਨਹੀਂ ਹੈਗੇ, ਬਹੁਤ ਜ਼ਿਆਦਾ ਨਹੀਂ ਹੈਗੇ, ਪਰ ਅਸੀਂ ਆਪਣੇ ਅਕੀਦੇ ਤੇ ਕਾਇਮ ਰਵਾਂਗੇ, ਗੱਲ ਅਸੂਲ ਦੀ ਕਰਾਂਗੇ। ਭੈਣ ਭਰਾਵਾਂ ਨੂੰ ਪਸੰਦ ਹੋਊਗਾ ਉਹ ਸਾਡੇ ਕੋਲੋਂ ਕੁਝ ਕਰਵਾ ਲੈਣਗੇ ਜੀ, ਜੇ ਉਹਨਾਂ ਨੂੰ ਨਹੀਂ ਵੀ ਪਸੰਦ ਹੋਊਗਾ, ਜੋ ਸਾਨੂੰ ਲੱਗੂਗਾ ਤੁਹਾਡੇ ਹਿੱਤ ਵਿੱਚ, ਉਹ ਅਸੀਂ ਕਰਦੇ ਹੀ ਰਹਿਣਾ। ਅਸੀਂ ਨਹੀਂ ਆਪਣਾ ਰਾਹ ਛੱਡਣਾ। ਅਸੀਂ ਤਾਂ LMI ਦੀਆਂ ਲੁੱਟਾਂ ਬੰਦ ਕਰਾਉਣ ਲਈ ਜੋ ਕਰ ਸਕੇ ਕੀਤਾ, ਸਿੱਟਾ ਤੁਹਾਡੇ ਸਾਹਮਣੇ ਆ ਜੀ। ਹਸਪੀਟਲ ਦਾ ਸਾਈਨ ਠੀਕ ਜਗ੍ਹਾ ਕਰਾਉਣ ਲਈ ਜੋ ਅਸੀਂ ਕਰ ਸਕੇ ਕੀਤਾ, ਸਿੱਟਾ ਤੁਹਾਡੇ ਸਾਹਮਣੇ ਆ ਜੀ। ਸਰਹੱਦ ਤੇ ਸਾਡੇ ਡਰਾਈਵਰ ਭੈਣ ਭਰਾਵਾਂ ਦੇ ਲੰਚ ਬਾਕਸ ਜਿਹੜੇ ਕੁੱਤਿਆਂ ਨੂੰ ਸੁੰਘਾਏ ਜਾਂਦੇ ਸੀ, ਉਹ 10 ਦਿਨਾਂ 'ਚ ਬੰਦ ਕਰਾਇਆ, ਸਿੱਟਾ ਤੁਹਾਡੇ ਸਾਹਮਣੇ ਆ। ਹੁਣ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ RLCP ਦਾ ਜਿਹੜਾ ਬੱਚਿਆਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ, ਉਹਦੇ ਤੇ ਫਾਈਟ 1 ਸਾਲ ਤੋਂ ਜਾਰੀ ਆ, ਤੁਹਾਨੂੰ ਕਿਸੇ ਨੂੰ ਪਤਾ ਨਹੀਂ। ਉਹਦਾ ਵੀ ਕਿਸੇ ਨਾ ਕਿਸੇ ਦਿਨ ਕੋਸ਼ਿਸ਼ ਆ ਵੀ ਸਿੱਟਾ ਕੱਢ ਕੇ ਤੁਹਾਡੇ ਸਾਹਮਣੇ ਰੱਖਾਂਗੇ। ਪਰ ਹੁਣ ਹਾਂਜੀ, ਸੋ ਲੇਕਿਨ ਕਿ ਕੋਈ ਗੱਲ ਨਹੀਂ, ਸਾਡੇ ਅੰਦਰ ਜਿਹੜਾ ਹੌਸਲਾ ਤੇ ਤਤਪਰਤਾ ਆ ਨਾ, ਉਹ ਤੇ ਬਣੀ ਰਹਿਣੀ ਆ ਜੀ 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 ਜੀ। ਜੇ ਤੁਸੀਂ ਚੁਣ ਲਓਗੇ ਤੇ ਸ਼ਾਇਦ ਕੁਝ ਕੰਮ ਅਸੀਂ ਸੌਖਿਆਂ ਕਰ ਸਕੀਏ ਜੀ, ਨਹੀਂ ਚੁਣ ਲੋਗੇ ਤਰੀਕੇ ਫੇਰ ਵੀ ਸਾਡੇ ਕੋਲ ਹੈਗੇ, ਕੰਮ ਤੁਹਾਡੇ ਅਸੀਂ ਕਰੀ ਜਾਵਾਂਗੇ ਜੀ। ਲੈਂਦੇ ਆ ਜੀ ਲਾਸਟ ਕਾਲ ਆਫ ਦ ਡੇ ਐਂਡ ਦੈਨ ਫਿਰ ਪੁਆਇੰਟ ਅਪ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਵੀਰੇ, ਹਾਂ ਮੈਂ ਬਚਾਓ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਗਾ, ਅੱਜ ਹਰਕੀਰਤ ਕਹਿੰਦਾ ਵੀ ਆਪਣੇ ਲੋਕ ਚਾਹੁੰਦੇ ਆ ਵੀ ਸ਼ੌਪਾਂ ਖੁੱਲਣ ਸ਼ਿਵਾਨੀ ਦੀਆਂ, ਜੀ ਇੰਨੀ ਵਧੀਆ ਚੀਜ਼ ਹੈ, ਕੀ ਆ ਇਹਨਾਂ ਨੇ ਆਪਦੇ ਕਿਚਨ 'ਚ ਰੱਖਿਆ, ਇਹ ਆਪਦੇ ਜਾਕਮ ਕਰਕੇ ਇੱਕ ਚਮਚਾ ਦਿੰਦੇ ਆ ਤੇ ਚੀਜ਼ ਵਧੀਆ ਪੁੱਛਿਆ ਇਹਨਾਂ ਨੂੰ, ਪੁੱਛੋ ਜੀ। ਠੀਕ ਹੈ ਜੀ। ਨਹੀਂ, ਇਹ ਹੁਣ ਮਿਸ ਇੰਟਰਪ੍ਰੇਟ ਹੋ ਗਿਆ। ਹਰਕੀਰਤ ਉਹਨਾਂ ਨੇ ਕੁਝ ਹੋਰ ਕਿਹਾ ਸੀ ਤੇ ਆਪਾਂ ਵੀ ਕੁਝ ਹੋਰ ਕਿਹਾ ਸੀ। ਇਹ ਕਿਹਾ ਸੀ ਕਿ ਜਿਹੜੇ ਕੌਂਸਲਰ ਇਹ ਵੋਟਾਂ ਉਹਦੇ ਹੱਕ 'ਚ ਪਾਉਂਦੇ ਆ ਵੀ ਨਹੀਂ ਕੈਪ ਕਰਨੇ ਅਸੀਂ ਸਟੋਰਸ ਦੇ ਨੰਬਰ, ਹਰਕੀਰਤ ਤਾਂ ਪਹਿਲੇ ਦਿਨ ਤੋਂ ਇਹਦੇ ਵਿਰੋਧ ਵਿੱਚ ਆ। ਉਹ ਵਿਰੋਧ ਵਿੱਚ ਬਿਲਕੁਲ ਵਿਰੋਧ ਵਿੱਚ ਨੇ, ਜਿੱਦਾਂ ਗੁਰਪ੍ਰੀਤ ਢਿੱਲੋਂ ਹਰਕੀਰਤ ਸਿੰਘ। ਗੱਲ ਤੇ ਉਹਨਾਂ ਦੀ ਹੋ ਰਹੀ ਆ ਵੀ ਜਿਹੜੇ ਇਹਦੇ ਹੱਕ ਵਿੱਚ ਪਾ ਰਹੇ ਆ ਭਾਈ, ਵੀ ਉਹਨਾਂ ਦੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ, ਕਿਸੇ ਭੈਣ ਭਾਈ ਦੇ ਪਰਸਨਲ ਨਹੀਂ ਆਪਾਂ ਜਾਣਾ ਨਾ, ਇਲਾਕੇ ਦੀਆਂ ਵੋਟ ਉਹਨਾਂ ਨੇ ਚੁਣ ਕੇ ਰੱਖਿਆ ਬੰਦੇ ਨੂੰ, ਉੱਥੇ ਵੀ ਤੂੰ ਐਂ ਕਰਨਾ। ਉਹ ਪੁੱਛਿਆ ਤੇ ਮੈਂ ਉਹਨਾਂ ਨੂੰ ਇਹ ਸੀਗਾ ਵੀ ਉਹਨਾਂ ਦੇ ਜਿਹੜੇ ਹਲਕੇ ਦੇ ਲੋਕਾਂ ਤੋਂ ਕਦੀ ਉਹਨਾਂ ਨੇ ਪੁੱਛਿਆ ਜਾ ਕੇ ਵੀ ਅਸੀਂ ਇਹ ਕੈਪ ਹੁਣ ਦਈਏ ਕਿ ਨਾ। ਹਰਕੀਰਤ ਉਹਨਾਂ ਦਾ ਕਹਿਣਾ ਵੀ ਕੁਝ ਕੌਂਸਲਰ ਉਹਨਾਂ ਨੂੰ ਦੱਸਦੇ ਆ ਕਿ ਉਹਨਾਂ ਦੇ ਹਲਕੇ ਤੋਂ ਫੀਡਬੈਕ ਆ ਰਹੀ ਆ ਵੀ ਨਹੀਂ ਕੈਪ ਕਰਨੇ ਸਟੋਰ। ਸੋ ਇਸ ਕਰਕੇ ਇਹ ਹੈ ਜੀ ਕਿ ਇਹ ਸਿਚੁਏਸ਼ਨ ਜਿਹੜੀ ਹੁਣ ਬਣ ਰਹੀ ਹੈ, ਭੰਗ ਦਾ ਜਿਹੜਾ ਇਹ ਅੱਡਾ ਬਰੈਂਪਟਨ ਡਿਵੈਲਪ ਹੋ ਰਿਹਾ ਔਰ ਇਸ ਕੌਂਸਲ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ, ਇਹ ਲੈਗੇਸੀ ਇਹਨਾਂ ਨੇ ਛੱਡ ਕੇ ਜਾਣੀ ਹੈ। ਇਹਨਾਂ ਨੂੰ ਹੀ ਹੁਣ ਮੁੜ ਕੇ ਚੁਣਨਾ ਜਾਂ ਆਉਣ ਵਾਲੇ ਸਮੇਂ 'ਚ ਕੀ ਬਰੈਂਪਟਨ ਵਾਸੀ ਫੈਸਲਾ ਕਰਦੇ ਆ, ਉਹ ਅਕਤੂਬਰ 2022 'ਚ ਤੁਹਾਨੂੰ ਪਤਾ ਲੱਗ ਜੂ ਇਹਨਾਂ ਦਿਨਾਂ 'ਚ ਹੀ। 905 813 1300 ਵੀ ਲਾਸਟਲੀ ਆਪਾਂ ਗੱਲਬਾਤ ਕਰੀ ਜੌਲ ਸਾਹਿਬ, ਕੋਈ ਕਮਿਊਨਿਟੀ ਇਨਫੋਰਮੇਸ਼ਨ ਆਪਾਂ ਸਾਂਝੀ ਕਰ ਲਈਏ, ਜੋ ਕਿ ਐਨੂਅਲ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਜੋ ਕਿ 1 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ, ਕੁਇਕਲੀ ਇਹਦੀ ਵੇਰਵਾ ਦੇ ਦੀ ਆਪਾਂ। ਬਿਲਕੁਲ ਜੀ, ਦੇਖੋ ਜੀ ਵੀ ਇਹ ਨਾ 1999 ਤੋਂ ਵੈਸੇ ਜਿਹੜਾ ਜੀ ਵੀ ਇਹ ਸਿੱਖ ਕੌਮ ਦੇ ਵੱਲੋਂ ਜਿਹੜਾ ਬਲੱਡ ਡੋਨੇਟ ਕਰਨ ਦੀ ਜਿਹੜੀ ਪਰੰਪਰਾ ਸ਼ੁਰੂ ਕੀਤੀ ਗਈ ਤੇ ਕੈਨੇਡਾ ਭਰ ਦੇ ਵਿੱਚ ਜਿਹੜੇ ਜੀ ਵੀ ਇਹ ਬਲੱਡ ਡੋਨੇਸ਼ਨ ਦੇ ਕੈਂਪ ਆਏ ਲੱਗਦੇ ਹੁੰਦੇ ਆ ਨਵੰਬਰ ਮਹੀਨੇ ਦੇ ਦੌਰਾਨ। ਤੇ ਇਹ ਜਿਹੜਾ ਸਾਰਾ ਜੀ ਵੀ ਉਪਰਾਲਾ ਆ ਇਹ ਸਿੱਖ ਨੇਸ਼ਨ ਵੱਲੋਂ ਸਮਰਪਿਤ ਹੁੰਦਾ 1984 ਦਾ ਜੋ ਘੱਲੂਘਾਰਾ ਵਾਪਰਿਆ ਸੀਗਾ, ਉਹਨਾਂ ਪੀੜਤਾਂ ਦੀ ਯਾਦ ਦੇ ਵਿੱਚ, ਪਰਿਵਾਰਾਂ ਦੇ ਨਾਲ, ਕੌਮ ਦੇ ਨਾਲ ਹਮਦਰਦੀ ਦੇ ਤਹਿਤ। ਸੋ ਇਹਦੇ ਵਿੱਚ ਜਿਹੜਾ ਬਲੱਡ ਡੋਨੇਟ ਆ ਜੀ ਵੀ ਉਹ ਕੀਤਾ ਜਾਂਦਾ ਅਕਤੂਬਰ ਮਹੀਨੇ ਦੇ ਦੌਰਾਨ। ਤੇ ਇਸ ਵਾਰ ਫੇਰ ਜਾਣੀ ਕਿ 1 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਕੈਂਪ ਜਿਹੜੇ ਇਹ ਸਾਊਦਰਨ ਓਨਟਾਰੀਓ ਦੇ ਵਿੱਚ ਲੱਗਣੇ ਆ। ਉਹਦੇ ਵਿੱਚ ਬਰੈਂਪਟਨ, ਮਿਸਿਸਾਗਾ, ਇਟੋਬੀਕੋ, ਸਾਰੇ ਬੁਰਲਿੰਗਟਨ, ਕਿਚਨਰ ਇਲਾਕੇ ਸ਼ਾਮਲ ਨੇ, ਵਿੰਡਸਰ ਤੱਕ। ਸੋ ਤਰੀਕਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਐਲਾਨ ਕਰ ਦੇਣਗੇ ਵੀ ਕਿੱਥੇ ਕਿੱਥੇ ਇਹ ਕੈਂਪ ਜਿਹੜੇ ਆ ਉਹ ਲੱਗਣ ਜਾ ਰਹੇ ਆ। ਬਲੱਡ ਡੋਨੇਸ਼ਨ ਹੈ ਜਿਹੜਾ ਜੀ ਵੀ ਉਹ ਕੀਤਾ ਜਾ ਸਕੇਗਾ ਨਵੰਬਰ ਮਹੀਨੇ ਦੇ ਦੌਰਾਨ, ਜੋ ਕਿ ਇਹ ਸਾਰੀ ਦੀ ਸਾਰੀ ਕੈਂਪੇਨ ਹੈ ਇਹ ਸਿੱਖ ਜੈਨੋਸਾਈਡ 1984 ਨੂੰ ਸਮਰਪਿਤ ਹੋਏਗੀ ਜੀ। 905 813 1320 ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਐਂਡ ਅਸੀਂ ਇੱਕ ਵਾਰੀ ਫਿਰ ਕਲੀਅਰ ਕਰ ਦਈਏ ਕਿ ਹਰਕੀਰਤ ਸਿੰਘ ਜੀ ਨੇ ਦੁਬਾਰਾ ਸਾਨੂੰ ਇੱਕ ਮੈਸੇਜ ਆਇਆ ਸੀ ਕਿ ਕਲੀਅਰਫਾਈ ਕੀਤਾ ਜਾਵੇ। ਇਟਸ ਜਸਟ ਕਿ ਉਹਨਾਂ ਦੇ ਪੱਖ ਦੀ ਗੱਲ ਹੋਈ ਹੈ ਕਿ ਉਹ ਕਹਿੰਦੇ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਇੱਥੇ ਭੰਗ ਦੀਆਂ ਦੁਕਾਨਾਂ ਨਾ ਖੋਲ੍ਹੀ ਜਾਣ, ਬਟ ਅਨੋਨਿਮਸਲੀ, ਜਿਹੜਾ ਅਨੋਨਿਮਸ ਵਰਡ ਹੈ ਨਾ, ਅਨੋਨਿਮਸਲੀ ਇਟ ਪਾਸਡ, ਅਨੋਨਿਮਸਲੀ ਇਜ਼ ਦਿਸ, ਉਹਨਾਂ ਦਾ ਕੋਈ ਸੇ ਨਹੀਂ ਹੈਗਾ ਇਹਦੇ ਵਿੱਚ। ਸੋ ਉਹ ਕਾਉਂਸਲ ਦੇ ਵਿੱਚ ਕਈ ਲੋਕ ਚਾਹੁੰਦੇ ਨੇ ਜੀ ਕਿ ਇੱਥੇ ਆਵੇ, ਪਰ ਇਹ ਵਿਰੋਧ ਦੇ ਵਿੱਚ ਨੇ, ਸਿੰਪਲ ਜੀ। ਦੇਖੋ ਉਹਨਾਂ ਦਾ ਸੇ ਹੈਗਾ ਪਰ ਇਨਫ ਨਹੀਂਗਾ। ਹਾਂ, ਇਨਫ ਸੇ ਨਹੀਂ ਹੈਗਾ, ਹੈ ਨਾ। 2 ਕੌਂਸਲਰ ਆ, ਗੁਰਪ੍ਰੀਤ ਢਿੱਲੋਂ ਹੈ, ਹਰਕੀਰਤ ਹੈ, ਹੋਰ ਵੀ ਚਲੋ ਉਹਨਾਂ ਦੇ ਨਾਲ ਸਾਥੀ ਨੇ, ਪਰ ਇਨਫ ਨਹੀਂਗੇ। ਇਨਫ ਹੋਣੇ ਚਾਹੀਦੇ ਆ।
ਪਰ ਜਿੰਨਾ ਚਿਰ ਇਨਫ ਨਹੀਂ, ਮੈਂ ਗੱਲ ਕਰ ਰਿਹਾ ਸੀ ਗੁਰਪ੍ਰੀਤ ਢਿੱਲੋਂ ਹੋਣਾ ਨਾਲ, ਹਰਕੀਰਤ ਹੋਣਾ ਨਾਲ ਵੀ ਭਈ ਕਰਨ ਕੀ ਲੋਕੀ ਜਿਹੜੇ ਨਹੀਂ ਚਾਹੁੰਦੇ ਆ। ਦਾ ਬਚਿਆ ਜਦੋਂ ਐਪਲੀਕੇਸ਼ਨ ਜਾਂਦੀ ਆ, ਉਹ ਐਪਲੀਕੇਸ਼ਨ ਦਾ ਜੇ ਜ਼ਿਆਦਾ ਲੋਕ ਇਲਾਕੇ 'ਚ ਵਿਰੋਧ ਕਰ ਦੇਣਗੇ ਤੇ ਉੱਥੇ ਨਹੀਂ ਖੁੱਲੂਗਾ। ਇਸ ਤੋਂ ਬਿਨਾਂ ਹਾਲ ਦੀ ਘੜੀ ਰਾਹ ਕੋਈ ਨਹੀਂ। ਤੇ ਆਪਾਂ ਦੇਖਿਆ ਵਾਰਡ 9-10 ਦੇ ਵਿੱਚ ਇਹ ਹਰਕੀਰਤ ਗੁਰਪ੍ਰੀਤ ਹੋਣਾ ਦੀ ਕੰਪੇਨ ਕਰਕੇ ਜਾਣੀ ਕੁਝ ਸਟੋਰ ਜਿਹੜੇ ਨਹੀਂ ਖੁੱਲ ਸਕੇ। ਬਿਲਕੁਲ ਖਾਸ ਤੌਰ ਤੇ ਮਤਲਬ ਰੈਜ਼ੀਡੈਂਸ਼ੀਅਲ ਏਰੀਆ ਵਿੱਚ ਖੋਲਣ ਦੀ ਤਿਆਰੀ ਸੀ। ਉਧਰ 에ਅਰਪੋਰਟ ਰੋਡ ਤੇ ਬਰੌਕ ਏਰੀਆ ਆਪਣੇ ਬੋਵੇੜ ਦੇ ਲਾਗੇ, ਹਾਂ ਬੋਵੇੜ ਦੇ ਲਾਗੇ, ਪਰ ਲੇਕਿਨ ਕਿ ਹੁਣ ਵੱਡਾ ਪਲਾਜ਼ਾ ਉੱਥੇ ਟ੍ਰਿੰਟੀ ਮਾਲ ਆ ਉੱਥੇ ਖੁੱਲ ਗਿਆ। ਇਸ ਕਰਕੇ ਜੀ ਵੀ ਆਪੋਜੀਸ਼ਨ ਲੋਕ ਹੁਣ ਵਿਚਾਰੇ ਸ਼ਿਫਟਾਂ ਤੋੜ ਕੇ ਆਪਣੀਆਂ ਕਿੰਨੀ ਕੁ ਕਰਨ ਚਾਹੀਦਾ। ਤੇ ਸਿਟੀ ਕੌਂਸਲ ਨੂੰ ਉਪਰਾਲਾ ਸੀਗਾ ਵੀ ਆਪਣਾ ਡਿਊ ਡਿਲੀਜੈਂਸ ਜਿਹੜਾ ਯੂਜ਼ ਕਰਕੇ ਉਸ ਵੇਲੇ ਆਫਟ ਇਨ ਜਦੋਂ ਕੀਤਾ ਗਿਆ, ਥੋੜਾ ਜਿਹਾ ਸੋਚ ਵਿਚਾਰ ਹੋਰ ਕੀਤਾ ਜਾਂਦਾ। ਜੌਲ ਸਾਹਿਬ ਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ 4168953784 4168953784 ਤੇ ਤੁਸੀਂ ਜੌਲ ਸਾਹਿਬ ਦੇ ਨਾਲ ਜਾਂ ਸਾਡੇ ਤੋਂ ਐਨੀ ਟਾਈਮ ਨੰਬਰ ਤੁਸੀਂ ਲੈ ਸਕਦੇ ਹੋ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।